सतगुरु ते प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। श्री साईनाम धूप दीप कृत साज आरती। बारने जाओ कमलापति। धूप दीप कृत साज आरती। बारने जाओ कमलापति। मंगला हर मंगला नित मंगल राजा राम राय को। रहाओ उत्तम दियर निर्मल बाती। तू ही निरंजन कमला बाती। राम भगत रामानंद जाना। पूर्ण परमानंद बखाना। मदन मूरत पैतार गोविंदे। सैन पन पज परमानंद। मदन मूरत पैतार गोविंदे। सैन पन पज परमानंद। परम सन्मानयोग पतित पावन भगत वसल कृपा निधान सतगुरु गुरु गरीब निवास दीन दुनिया के मालिक सारे ही संसार दे सांझे रहबर जुगो जुग अटल धन धन आद श्री गुरु ग्रंथ साहिब जी की पावन और पवित्र डिग्गी गोद के अंदर विराजमान गुरु दी प्यारे गुरु दी सवारी साजी नवाजी साध संगत जी बड़े ही अदब प्यार सत्कार और निम्रता सहित गुरफतेह प्रवान करने से वाहिगुरु जी का खालसा वाहिगुरु जी की फतेह। गुरु प्यारे साध संगत जी आप जी बड़ भागी हो जो कि सतगुरां दे पावन पवित्र दरबार अंदर हाजरी भर रहे हो। बेशक दे दूरों दराडों चल करके समूह गुरसिख संगतां गुरु नानक लेव संगत अमृत वेल तो लैकर के सतगुरां दे पावन पवित्र दरबार दियां हाजरियां भर रहे हो और अपने मनुखा जन्म नूं सफल बनाउंदे पए हो। जिथे अज असीं अपने मनुखा जन्म की सफलता वास्ते और अपनी शरीरक तंदुरुस्ती के लिए गुरु चरणों के विच अरदास करने के लिए पहुंचे हाँ। उत्थे अज 84 के घल्लोकार जिसनूं असीं अपने शब्दों के विच 84 का साका शब्द वरतते। घल्लोकार तो मुराद है कि मलिया मिट करना कतलेआम होना कि उन्होंने छोटे छोटे मासूम बच्चियां तो लैकर के भैन भरा वीर बजुर्ग ते सारे ही वो योधे
ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਬੜੇ ਸੋਹਣੇ ਵਚਨਾਂ ਦੇ ਵਿੱਚ ਪ੍ਰਮਾਣ ਕੀਤਾ ਹੈ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਨੈ ਸਗਲ ਵਸਤਾਂ ਕੈ ਜਾਂ ਕਾ ਸਤਿਗੁਰ ਪੂਰਾ। ਮੇਰੇ ਸਤਿਗੁਰੂ ਜੀ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਐਸੇ ਵੀਰ ਐਸੇ ਯੋਧੇ ਜੋ ਗੁਰਬਾਣੀ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜੇ ਹੋਣ ਤੇ ਜਿਹੜੇ ਕਦੇ ਵੀ ਪਿੱਠ ਵਿਖਾ ਕਰਕੇ ਨਾ ਭੱਜਣ ਵਾਲੇ, ਆਪਣੀਆਂ ਸਾਥੀਆਂ ਦੇ ਵਿੱਚ ਗੋਲੀਆਂ ਨੂੰ ਸਹਿਣ ਕਰਨ ਵਾਲੇ, ਉਹ ਤੋਪਾਂ ਦੇ ਗੋਲਿਆਂ ਨੂੰ ਸਹਿਣ ਕਰਨ ਵਾਲੇ, ਉਹ ਵੀਰ ਯੋਧਿਆਂ ਦੇ ਲਈ ਅੱਜ ਆਪਾਂ ਸਾਰੇ ਇਕੱਠੇ ਹੋ ਕਰਕੇ ਉਹਨਾਂ ਸ਼ਹੀਦਾਂ ਦੇ ਲਈ ਕੋਟ-ਕੋਟ ਪ੍ਰਣਾਮ ਕਰਦੇ ਪਏ ਹਾਂ ਔਰ ਉਹਨਾਂ ਸ਼ਹੀਦਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਬੇਸ਼ੱਕ ਦੇ ਸਾਡੇ ਇਤਿਹਾਸ ਦੇ ਤਵਾਰੀਖ ਪੰਨਿਆਂ ਦੇ ਵਿੱਚ ਗੁਰੂ ਸਵਾਰਿਓ ਸਾਡਾ ਖੂਨੀ ਭਰਿਆ ਇਤਿਹਾਸ ਹੈ। ਜਦੋਂ ਵੀ ਅਸੀਂ ਇਤਿਹਾਸ ਨੂੰ ਚੁੱਕ ਕੇ ਵੇਖਦੇ ਹਾਂ ਜਾਂ ਫਰੋਲਦੇ ਤੇ ਜਿਉਂ-ਜਿਉਂ ਸਾਡੀ ਅੱਗੇ ਜਿਹੜੀ ਹੈਗੀ ਉਹ ਤਾਕਤ ਵੱਧਦੀ ਗਈ, ਉਵੇਂ ਹੀ ਸਾਨੂੰ ਜਿਹੜੀਆਂ ਤੇ ਉਹ ਮਾਰਾਂ ਪੈਂਦੀਆਂ ਆਈਆਂ, ਉਵੇਂ ਹੀ ਸਾਡੇ ਤੇ ਜਿਹੜਾ ਉਹ ਜ਼ੁਲਮ ਢਹਿੰਦਾ ਆਇਆ। ਉਹ ਬੇਸ਼ੱਕ ਦੇ ਸ਼ੁਰੂ ਤੋਂ ਜੇ ਆਪਾਂ ਜ਼ਿਕਰ ਕਰੀਏ ਗੁਰੂ ਨਾਨਕ ਦੇਵ ਜੀ ਸਤਿਗੁਰੂ ਜੀ ਦੇ ਜੀਵਨ ਤੋਂ ਜੇ ਆਪਾਂ ਗੱਲ ਕਰੀਏ, ਬੇਸ਼ੱਕ ਦੇ ਵੀਰ ਮੰਨੂ ਕਿਉਂ ਨਾ ਹੋਵੇ, ਉਹ ਸਮੇਂ ਦੇ ਵਿੱਚ ਜਿਹੜੇ ਰਾਜੇ ਸਨ ਤੇ ਇਹ ਆਪੋ ਆਪਣੇ ਰਾਜ ਭਾਗ ਦੇ ਵਿੱਚ ਗੁਰੂ ਕਾਲ ਦੇ ਵਿੱਚ ਤੇ ਇਹਨਾਂ ਨੇ ਆਪਣਾ ਪ੍ਰਚਾਰ ਕਰਨਾ ਜਿਹੜਾ ਸ਼ੁਰੂ ਕੀਤਾ। ਜੇ ਸ਼ਹਾਦਤਾਂ ਦਾ ਆਪਾਂ ਦੌਰ ਦੇਖੀਏ ਤਾਂ ਇਹ ਜਹਾਂਗੀਰ ਤੋਂ ਸ਼ੁਰੂ ਹੋਇਆ। ਜਹਾਂਗੀਰ ਤੋਂ ਬਾਅਦ ਫਿਰ ਜਿਹੜਾ ਸੀਗਾ ਤੇ ਇਹ ਅੱਗੇ ਕੰਮ ਚੱਲਦਾ ਰਿਹਾ। ਉਸੇ ਤਰ੍ਹਾਂ ਹੀ ਕੰਮ ਚੁੰਤ ਪਰ ਵਜੀਆਂ ਖਾ ਵਰਗੇ ਜਿਹੜੇ ਸੀਗੇ ਤੇ ਉਹ ਤਖਤ ਦੇ ਉੱਪਰ ਬੈਠੇ। 1700 ਇਹ ਆਪਾਂ ਇਤਿਹਾਸ ਜਿਹੜਾ ਆਪ ਜੀ ਨੇ ਸਾਰਿਆਂ ਨੇ ਸਰਵਣ ਕੀਤਾ ਹੋਣਾ ਵੀ 1746 ਦੇ ਵਿੱਚ ਖਿਮਾ ਕਰਨੀ 1700 ਜਿਹੜਾ 46 ਦੇ ਅੰਦਰ ਜਿਹੜਾ ਸੀਗਾ ਤੇ ਉਹ ਘੱਲੂਘਾਰਾ ਵਾਪਰਿਆ। ਉਹ ਜਈਆ ਖਾਨ ਦੇ ਕਰਕੇ ਜਿਹਦਾ ਸੈਨਾਪਤੀ ਸੀਗਾ ਜਸਪਤ ਰਾਏ। ਜਸਪਤ ਰਾਏ ਜਿਹੜਾ ਸੀਗਾ ਤੇ ਇਹ ਲਖਪਤ ਰਾਏ ਦਾ ਭਰਾ ਸੀ, ਕਿਉਂਕਿ ਲਖਪਤ ਰਾਏ ਨੇ ਸਾਰੀ ਕਮਾਨ ਜਿਹੜੀ ਸੀ ਉਹ ਜਸਪਤ ਰਾਏ ਨੂੰ ਦਿੱਤੀ ਹੋਈ ਸੀ। ਜੇ ਅਸੀਂ ਕਾਗਜ਼ਾਂ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਜਿਹੜਾ ਮੇਨ ਅਧਿਕਾਰੀ ਸੀ ਤੇ ਉਹ ਲਖਪਤ ਰਾਏ ਸੀਗਾ ਤੇ ਲਖਪਤ ਰਾਏ ਜਿਹੜਾ ਸੀਗਾ ਤੇ ਉਹ ਜਈਆ ਖਾਨ ਦਾ ਜਿਹੜਾ ਸੈਨਾਪਤੀ ਸੀ। ਪਰ ਆਪਣੇ ਸੈਨਾਪਤੀ ਵਾਲੀ ਜਿਹੜੀ ਤਾਕਤ ਸੀ ਤੇ ਇਹਨੇ ਆਪਣੇ ਭਰਾ ਜਸਪਤ ਰਾਏ ਨੂੰ ਦਿੱਤੀ ਹੋਈ ਸੀ, ਜਿਹਦੇ ਕਰਕੇ ਇਹਨੇ ਅੱਤ ਚੁੱਕ ਲਈ ਸੀ ਤੇ ਉਹ ਇਤਿਹਾਸ ਆਪਣੇ ਸਾਰੇ ਜਾਣਦੇ ਹੋ। ਇਹ ਘੱਲੂਘਾਰਾ ਵਾਪਰਿਆ, ਉੱਥੋਂ ਵੀ ਇਹ ਖੂਨੀ ਘੱਲੂਘਾਰਾ ਵਾਪਰਦਾ ਆਇਆ। ਫਿਰ ਉਸ ਤੋਂ ਬਾਅਦ ਇਹ ਕਾਹਨੂੰਵਾਨ ਦੇ ਸਾਹਮਣੇ ਘੱਲੂਘਾਰਾ ਵਾਪਰਿਆ ਸੀ ਤੇ ਵੱਡਾ ਘੱਲੂਘਾਰਾ ਜਿਹੜਾ ਸੀਗਾ ਤੇ ਕੁੱਬ ਹਰੇੜੇ ਦੀ ਜੰਗ ਜਿਹੜੀ ਸੀਗੀ ਉੱਥੇ ਵੱਡੇ ਘੱਲੂਘਾਰਾ ਵਾਪਰਿਆ। ਉਹ ਵੀ ਇਸੇ ਤਰ੍ਹਾਂ ਸਿੱਖਾਂ ਦੇ ਨਾਲ ਸਿੱਖਾਂ ਨੂੰ ਮੋਟੀਵੇਟ ਕਰਨ ਵਾਸਤੇ, ਸਿੱਖਾਂ ਨੂੰ ਖਤਮ ਕਰਨ ਵਾਸਤੇ ਵਕਤ ਵਰਤਿਆ ਗਿਆ। ਉਸ ਤੋਂ ਬਾਅਦ ਜਿਹੜਾ ਸੀ ਇਹ 84 ਦਾ ਘੱਲੂਘਾਰਾ ਵਾਪਰਿਆ। ਇਹ ਇਤਿਹਾਸ ਆਪਣੀ ਪਹਿਲੇ ਦਿਨਾਂ ਦੇ ਵਿੱਚੋਂ ਸਾਰਾ ਸਰਵਣ ਕਰ ਚੁੱਕੇ ਹੋ। ਇਹ ਘੱਲੂਘਾਰਾ ਵਾਪਰਨ ਦੇ ਕਾਰਨ ਕੀ ਸੀ, ਕਿਸ ਕਾਰਨਾਂ ਕਰਕੇ ਵਾਪਰਿਆ। ਉਸ ਤੋਂ ਬਾਅਦ ਫਿਰ 1 ਜੂਨ 1900 ਜੇ ਆਪਾਂ 86 ਦੀ ਗੱਲ ਕਰੀਏ, ਉਦੋਂ ਤੋਂ ਜਿਹੜੀ ਘੇਰਾਬੰਦੀ ਜਿਹੜੀ ਸੀ ਉਹ ਦਰਬਾਰ ਸਾਹਿਬ ਨੂੰ ਹੋ ਚੁੱਕੀ ਸੀ। 1 ਜੂਨ ਨੂੰ ਵੀ ਘੇਰਾਬੰਦੀ ਹੋਈ ਹੈ, ਫਿਰ 2 ਨੂੰ ਚੱਲਦਾ ਰਿਹਾ ਕੰਮ, 3 ਨੂੰ ਚੱਲਦਾ ਰਿਹਾ, 4 ਤੇ 5। ਅੱਜ ਜਿਹੜਾ ਸੀਗਾ 6 ਜੂਨ ਦਾ ਆਪਾਂ ਸਮਝਣ ਦਾ ਯਤਨ ਕਰਾਂਗੇ ਕਿ 5 ਜੂਨ ਤੱਕ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਇਆ। ਉਹਨਾਂ ਜਿਹੜੇ ਹਰ ਰੋਜ਼ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਨੇ ਤੇ ਉਹਨਾਂ ਨੇ ਇਹ ਇਤਿਹਾਸ ਨੂੰ ਸਰਵਣ ਕੀਤਾ ਹੈ। ਤੇ 6 ਜੂਨ ਨੂੰ ਕੀ ਹੋਇਆ ਸੀ ਅੱਜ ਆਪਾਂ ਉਹ ਸਮਝਣ ਦਾ ਯਤਨ ਕਰਾਂਗੇ ਸੰਖੇਪ ਰੂਪ ਦੇ ਵਿੱਚ ਕਿ ਜਿਹੜਾ 6 ਜੂਨ ਦਾ ਦਿਨ ਸੀ ਕਿ ਇਹ ਇੱਕ ਸਭ ਤੋਂ ਅਹਿਮ ਦਿਨ ਸੀਗਾ। ਤੇ ਇੱਥੇ ਕੀ ਸੀ ਵੀ ਇੱਕ ਮਤਲਬ ਕਿ ਇੱਕ ਜਿਹਦਾ ਨਾਮ ਸੀਗਾ ਦੀਪ ਬਰਾੜ ਜਿਹੜਾ ਸੀਗਾ ਤੇ ਇਹ ਜਰਨਲ ਸੀਗਾ ਫੌਜ ਦਾ। ਇਹ ਇੱਕ ਥਾਪੜ ਕੇ ਆਇਆ ਸੀ ਜਦੋਂ ਸਾਰੀ ਮੀਟਿੰਗ ਕੀਤੀ ਗਈ ਸੀ। ਇਹ ਥੋੜਾ ਜਿਹਾ ਮੈਂ ਪਿਛੋਕੜ ਦੇ ਵੱਲ ਜਾਵਾਂ ਵੀ ਇੰਦਰਾ ਗਾਂਧੀ ਨੇ ਜਿਹੜੀ ਇਹ ਸਾਰਿਆਂ ਨੂੰ ਇਕੱਠੇ ਕਰਕੇ ਫੌਜ ਜਿਹੜੇ ਜਰਨਲ ਸਨ ਤੇ ਇਹਨਾਂ ਸਾਰੇ ਜਰਨਲ ਨੂੰ ਇਕੱਠੇ ਕਰਕੇ ਜਿਹੜਾ ਸੀਗਾ ਤੇ ਉਹ ਮੀਟਿੰਗ ਕੀਤੀ ਗਈ। ਉਹ ਮੀਟਿੰਗ ਇਸ ਤਰ੍ਹਾਂ ਦੀ ਕੀਤੀ ਗਈ ਸੀ ਵੀ ਸੰਤ ਜਰਨੈਲ ਸਿੰਘ ਗਰੇਵਾਲ ਨੂੰ ਜਿਹੜਾ ਸੀਗਾ ਤੇ ਉਹ ਗ੍ਰਿਫਤਾਰ ਕਰਨਾ ਸੀ। ਤੇ ਉਹ ਕਹਿੰਦੇ ਸੀ ਵੀ ਇਹਨੂੰ ਗ੍ਰਿਫਤਾਰ ਕਰਨਾ ਬੜਾ ਮੁਸ਼ਕਲ ਹੈ
बाकी जरनल ने सारिਆਂ ने मतलब कि अपने हाथ खड़े कर दिते भी इहनूं जिहड़ा गा ते वो गिरफ्तार नहीं किया जा सकता। कुलदीप बराड़ जिहड़ा सीगा ते ये मतलब कि जरनल सीगा फौज दा ते इहने की कीता ते इहने एक थप्पड़ के कहा सीगा कि मैनूं तुसीं सिर्फ 2 घंटे दे दिओ भी 2 घंटिਆਂ ਦੇ अंदर अंदर जिहड़ा सीगा ते मैं जरनैल सिंह दे जिहड़े गोडे टिका देवांगा। भाव की सी भी 2 घंटिਆਂ ਦੇ अंदर अंदर मैं ये ऑपरेशन जिहड़ा वो कर देवांगा जिहदा नाम ब्लू स्टार ऑपरेशन रखा गया सीगा। ते गुरु सवारे सारा इतिहास जिहड़ा तुसीं आप भी ये सारे जानते हो कि ये होया इस करके सी भी जदों इहने गल सोच लई ना भी मैं 2 घंटिਆਂ ਦੇ अंदर इहनूं गिरफ्तार कर लवांगा 2 घंटे ਦੇ अंदर अंदर कर देवांगा। उत्थे फिर बाकी जिहड़े सीगे जरनैल सी ते उन्होंने बड़े सोहने तरीके दे नाल कहा भी यह मुमकिन नहीं है भी इस तरह नहीं हो सकता भी तू जरनैल सिंह 2 घंटिਆਂ ਦੇ अंदर कर सके। वो कहता भी नहीं भी साडियां फौजां दे सामने जे साडे कोल फौज है ना फौज के सामने का जिहदे नाल असीं जंगां लड़ियां ने जां जंगां असीं लड़ते आए हैं असीं तां वड्डे वड्डे राजियां दीयां जां वड्डे वड्डे जिहड़े सीगे मतलब कि जरनल सी उन्हां दे गोडे टकिया दित्ते। ये तो एक आम जा मतलब कि गुरसिख है जां इन्हां कोल मतलब किन्ना कोल जे फौज है जां किन्ना कोल असला है भी ये तो सिर्फ 2 घंटिਆਂ की खेड है 2 घंटिਆਂ के अंदर अंदर असीं जिहड़ा इस ऑपरेशन नूं फतेह कर देना। पर होया कि 1 जून तो लेके 6 जून तक लगातार आपां इत्थे जिक्र करते हैं भी लगातार जिहड़ा 6 जून तक इसे तरह जिहड़ी है गोलाबारी होती रही गोलियां चलदियां रहियां। तो मैंने एक जीवन पढ़ रहा सीगा मेरी अखां दे विचों पानी निकल आया ते वो जीवन पढ़ता पाया सी किसी ने ना एक बड़ा सोहना लिख के पाया सीगा सारे नूं मैसेज शायद तुहाडे कोल भी पहुंचा होवे। वो उन्हें मैसेज पाया अपना अखी डिठा हाल भाव कि उस जीव के नाल जिहड़ी अपने नाल जिहड़ी घटना वापरी 84 दे विच मैं थोड़ा जिहा जिक्र करना चाहां भी हालात किस तरह के सीगे। कहने लगे भी 5 तरीक जिहड़ी सी ना 5 जून नूं पूरी इन्होंने बाह ला ली भी उत्थे लाशां दे ढेर ला दिते। बेशक कदे वो रामदास सराम होवे बेशक कदे वो अकाल तख्त होवे जां दरबार साहिब होवे जां सरोवर दीयां प्रकरमां होण भी लाशां दे जिहड़े ढेर लाते सी उन्हों खून जिहड़ा मतलब कि हो गया सीगा धरती सारी जिहड़ी सी वो लाल हो गई। कहंदे सरोवर दा जिहड़ा पानी सी सरोवर दा पानी भी लाल हो गया। इत्थों तक भी उन्हें जिक्र किया कहना भी मैं उस समय के विच उत्थे सीगा उस जगह पर सी कहना मैं बाद च गल करदा भी बचिया किवें। कहना जदों उत्थे वेख्या ना भी असीं एक गर्मी बड़ी पैंदी पई है एक गोलियां दा बड़ा डर है एक है असीं इत्थे बैठे हैं ते उधरों गोलियां भी दड़ा दड़ा करदियां आ रही ते पानी की बड़ी प्यास लगी है। हुण पानी जिहड़ा है ते वो खून घुल के ते वो लाल हो चुकी है। इत्थे भी बस नहीं कहते इन्होंने की किया भी अपने जिहड़े गोताखोर सी ना इन्हें जरनल बराड़ ने की किया भी जिहड़े इहदे गोताखोर रखे सी फौज वाले उन्होंने भी इन्हें सरोवर के कहते भी हो सकता भी जरनैल सिंह किते सरोवर के विच ही ना लुकिया हो कोई जगह ना बनाई हो कोई इस तरह के सरोवर हो जिथे वो लुकिया बैठा उत्थों कड्ढण का यतन किया। पर गुरसिखां ने उन्होंने भी जिहड़ा अपनी गोलियां दे नाल उन्होंने दिता उन्होंने दीयां लाशां भी उत्थे ही रहियां। तो फिर कहते ये गल भी हुई भी इस तरह जो नहीं होना भी पानी के विच जहर मिला दे। उन्हें जिक्र किया कहते पानी जो सरोवर का ना उहदे विच भी कहते जहर मिला दी गई भी वो पानी एक माँ जी सी कहते अखां के सामने जी माँ तड़फदी पई है तो वो तड़फदी की है कि वो गर्भवती है बच्चे नूं उन्हें जन्म देना है पर गुरु रामदास के चरणों से शुकराना करने वास्ते आई। अज कहते वो माँ बिलकदी पई है भी मैनूं चूली पानी का पिला दिओ। कहते वो खून भरिया पानी जो चूली भर के उस माँ नूं पियाई ना तो वो माँ कहते पानी पीण सार उत्थे ही उन्हें अपने त्याग दिते। कहते होया कि भी पानी पीण दे नाल क्यों मतलब कि इन्हें अपने स्वास त्यागे हुण है सी जहर। जो थोड़ा समा कहते एक बच्चे नूं पानी पिलाया गया तो वो बच्चा भी उस तरह ही मतलब कि बेहोश होकर डिग पिया उसकी भी मौत हो गई। थोड़े समय बाद जिहड़ियां सरोवर दे विच कहते मछलियां सन ते वो भी उपर जिहड़ियां मर के तरन लग गईयां सन। ये हालात सीगे मतलब उत्थों दरबार साहिब मैं जिक्र करदा पिया उत्थों दे कहते ये हालात सी। फिर की होया कहते जिहड़ी पानी वाली टैंकी सी ना पानी वाली टैंकी दे विच ना गोलाबारी कीती ते वो पानी भी सारा लीक हो के धरती ते आ गया सी उस खून दे विच लिपट गया।
ਕਹਿੰਦੇ ਆਪਣੀ ਪਿਆਸ ਨੂੰ ਬੁਝਾਉਣ ਵਾਸਤੇ, ਆਪਣੀ ਪਿਆਸ ਨੂੰ ਬੁਝਾਉਣ, ਕਹਿੰਦੇ ਅਸੀਂ ਉਹ ਖੂਨ ਵਾਲਾ ਪਾਣੀ ਹੀ ਪੀ ਕੇ ਕਹਿੰਦੇ ਆਪਣੀ ਮੂੰਹ ਨੂੰ ਗਿੱਲਾ ਕੀਤਾ, ਜਿਹਦੇ ਕਰਕੇ ਅਸੀਂ ਆਪਣੀ ਪਿਆਸ ਨੂੰ ਬੁਝਾਇਆ। ਫਿਰ ਕਹਿੰਦੇ ਉਸੇ ਤਰ੍ਹਾਂ ਗੋਲਾਬਾਰੀ ਥੋੜੀ ਜਿਹੀ ਰੁਕਦੀ ਹੈ, ਫਿਰ ਚੱਲਣੀ ਸ਼ੁਰੂ ਹੁੰਦੀ ਹੈ। ਲਾਸ਼ਾਂ ਦੇ ਢੇਰ ਲਾ ਕੇ ਕਹਿੰਦੇ ਮੈਂ ਉਹਨਾਂ ਲਾਸ਼ਾਂ ਦੇ ਥੱਲੇ ਦੱਬਿਆ ਗਿਆ, ਜਿਹਦੇ ਕਰਕੇ ਕਹਿੰਦੇ ਮੇਰੀ ਜਾਨ ਬਚੀ। ਲਾਸ਼ਾਂ ਜਿਹੜੀਆਂ ਡਿੱਗੀਆਂ ਸੀ ਕਹਿੰਦੇ ਅਸੀਂ ਡਿੱਗ ਪਏ, ਤੇ ਜਦੋਂ ਲਾਸ਼ਾਂ ਡਿੱਗ ਪਈਆਂ ਤੇ ਉਹ ਲਾਸ਼ਾਂ ਕਹਿੰਦੇ ਮੇਰੇ ਉੱਪਰ ਆਉਂਦੀਆਂ ਜਿਹੜੀਆਂ ਉਹ ਡਿੱਗਦੀਆਂ ਰਹੀਆਂ, ਮੈਂ ਲਾਸ਼ਾਂ ਦੇ ਢੇਰ ਦੇ ਥੱਲੇ ਰਿਹਾ। ਉਸ ਤੋਂ ਬਾਅਦ ਕੀ ਹੋਇਆ ਆਪਾਂ ਜ਼ਿਕਰ ਕਰਦੇ ਹਾਂ। ਕਹਿੰਦੇ ਜਦੋਂ 6 ਜੂਨ ਦੀ ਸਮਾਪਤੀ ਹੁੰਦੀ ਹੈ, ਜਦੋਂ ਇਸ ਗੱਲ ਦਾ ਪਤਾ ਲੱਗਦਾ ਵੀ ਜਰਨੈਲ ਸਿੰਘ ਵਰਗੇ ਜਾਂ ਅਮਰੀਕ ਸਿੰਘ ਵਰਗੇ ਸ਼ਹੀਦ ਹੋ ਗਏ, ਆਪਾਂ ਕਿਵੇਂ ਸ਼ਹੀਦ ਹੋਏ ਬਾਅਦ ਜ਼ਿਕਰ ਕਰਦੇ ਹਾਂ। ਆਪਾਂ ਇਸ ਵੇਦ ਦੀ ਗੱਲ ਨੂੰ ਸਮਝਣ ਦਾ ਯਤਨ ਕਰੀਏ। ਕਹਿੰਦੇ ਫਿਰ ਸਾਨੂੰ ਕੀ ਕੀਤਾ ਵੀ ਸਾਰੇ ਜਿਹੜੇ ਬਚ ਗਏ ਸੀ ਨਾ, ਤੇ ਉਹ ਲਾਸ਼ਾਂ ਜਿਹੜੀਆਂ ਸੀਗੀਆਂ, ਲਾਸ਼ਾਂ ਨੂੰ ਕਹਿੰਦੇ ਚੁੱਕਿਆ ਗਿਆ ਤੇ ਇਹ ਹੋਕਾ ਦਿੱਤਾ ਗਿਆ ਵੀ ਜਿਹੜਾ ਵੀ ਬੰਦਾ ਇਸ ਲਾਸ਼ ਨੂੰ ਚੁੱਕ ਕੇ ਲੈ ਕੇ ਜਾਏਗਾ, ਜਿਹੜਾ ਇਸ ਲਾਸ਼ ਦੇ ਕੋਲ ਕੋਈ ਕੀਮਤੀ ਸਮਾਨ ਹੈ ਜਾਂ ਇਸ ਲਾਸ਼ ਦੇ ਕੋਲ ਕੋਈ ਵੀ ਪੈਸਾ ਟਕਾ ਹੈ, ਜਿਹੜਾ ਵੀ ਕੋਈ ਲਾਸ਼ ਨੂੰ ਲੈ ਕੇ ਜਾਏਗਾ ਤੇ ਇਹ ਉਸੇ ਦਾ ਹੀ ਹੋਏਗਾ। ਕਹਿੰਦੇ ਜਿੰਨਾ ਟਰੱਕਾਂ ਦੇ ਅੰਦਰ ਕੂੜਾ ਸੱਟਿਆ ਜਾਂਦਾ ਸੀ, ਜਿੰਨਾ ਟਰੱਕਾਂ ਦੇ ਅੰਦਰ ਗੰਦ ਢੋਇਆ ਜਾਂਦਾ ਸੀ ਸ਼ਹਿਰ ਦਾ, ਉਹਨਾਂ ਟਰੱਕਾਂ ਦੇ ਵਿੱਚ ਕਹਿੰਦੇ ਇਹਨਾਂ ਲਾਸ਼ਾਂ ਨੂੰ ਚੁੱਕ ਕੇ ਸੱਟਿਆ ਗਿਆ। ਉਹ ਟਰੱਕ ਭਰੇ ਗਏ, ਉਹਨਾਂ ਟਰੱਕਾਂ ਦੇ ਵਿੱਚ ਲਾਸ਼ਾਂ ਨੂੰ ਖਿੱਚ ਕੇ ਲੈ ਕੇ ਗਏ। ਕਹਿੰਦੇ ਇਸ ਤਰ੍ਹਾਂ ਦੇ ਹਾਲਾਤ ਸੀ ਕਿ ਇਹਨਾਂ ਨੇ ਇਹ ਵੀ ਪੈਸੇ ਵੀ ਰੱਖ ਦਿੱਤੇ ਵੀ ਜੋ ਇਹਨਾਂ ਕੋਲੇ ਸਮਾਨ ਹੋਵੇ ਕਿ ਤੁਹਾਡਾ ਹੋ ਗਿਆ, ਫਿਰ ਉਸ ਤਰ੍ਹਾਂ ਜਿਹੜੀਆਂ ਲਾਸ਼ਾਂ ਚੁਕਾਈਆਂ ਗਈਆਂ। ਜਿਹੜੇ ਕਹਿੰਦੇ ਅਸੀਂ ਬਚ ਗਏ, ਜਦੋਂ ਕਹਿੰਦੇ ਅਸੀਂ ਬਚੇ ਤੇ ਸਾਨੂੰ ਇੱਕ ਨਾ ਕਹਿੰਦੇ ਰੋਡਵੇਜ ਦੀ ਜਿਹੜੀ ਮਤਲਬ ਕਿ ਅਲਾਰੀ ਸੀਗੀ, ਭਾਵ ਕਿ ਰੋਡਵੇਜ ਦੀ ਬੱਸ ਸੀ, ਰੋਡਵੇਜ ਦੀ ਬੱਸ ਦੇ ਵਿੱਚ ਸਾਨੂੰ ਕਹਿੰਦੇ ਜਿਵੇਂ ਤੂੜੀ ਵਾਂਗ ਭਰਦੇ ਨਾ ਕੋਠੇ ਨੂੰ, ਇਸ ਤਰ੍ਹਾਂ ਸਾਨੂੰ ਕਹਿੰਦੇ ਜਿਉਂਦਿਆਂ ਨੂੰ ਸਾਰਿਆਂ ਨੂੰ ਜਿਹੜਾ ਸੀਗਾ ਉਹਦੇ ਵਿੱਚ ਜਕੜਿਆ ਗਿਆ। ਪਹਿਲਾਂ ਕੀ ਹੋਇਆ, ਜਕੜ ਤੋਂ ਪਹਿਲਾਂ ਤੇ ਕਹਿੰਦੇ ਮੈਂ ਇੱਕ ਹੋਰ ਦੱਸਣਾ ਚਾਹਾਂ, ਜਦੋਂ ਕਹਿੰਦੇ ਸਾਨੂੰ ਇਕੱਠੇ ਕੀਤਾ, ਪਹਿਲਾਂ ਤਾਂ ਸਾਡੇ ਸਾਰੇ ਕੱਪੜੇ ਲੁਹਾਏ ਗਏ, ਸਾਡੇ ਸਿਰਫ ਇਕੱਲੇ ਕਸਹਿਰੇ ਪਹਿਨੇ ਹੋਏ ਸੀਗੇ, ਸਾਡੇ ਕੱਪੜੇ ਲਹਾ ਕੇ ਸਾਨੂੰ ਨੰਗਾ ਕੀਤਾ ਗਿਆ, ਸਾਡੇ ਫਿਰ ਪੱਗਾਂ ਲਹਾਈਆਂ ਗਈਆਂ, ਸਾਡੇ ਕੇਸ ਖਲਾਏ ਗਏ ਵੀ ਕਦੇ ਇਹ ਨਾ ਹੋਵੇ ਵੀ ਤੁਹਾਡੇ ਕੇਸਾਂ ਦੇ ਵਿੱਚ ਕੋਈ ਬੰਬ ਨਾ ਹੋਵੇ। ਦੇਖੋ ਐਡਾ ਡਰ ਸੀਗਾ, ਸਿੱਖਾਂ ਤੋਂ ਇੰਨਾ ਡਰਦੇ ਪਏ ਸੀ ਵੀ ਕਦੇ ਇਹ ਆਪਣੇ ਕੱਪੜਿਆਂ ਦੇ ਵਿੱਚ ਕੋਈ ਚੀਜ਼ ਨਾ ਲੁਕੋ ਕੇ ਬੈਠੇ ਹੋਣ, ਕਦੇ ਇਹਨਾਂ ਕੇਸਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੰਬ ਨਾ ਹੋਵੇ ਕਿ ਜਿਹਦੇ ਕਰਕੇ ਜਿਹੜਾ ਸੀਗਾ ਇਹਨਾਂ ਨੂੰ ਡਰ ਲੱਗਦਾ ਪਿਆ ਸੀ। ਕਹਿੰਦੇ ਸਾਡੇ ਕੇਸ ਖਲਾਏ ਗਏ, ਸਾਡੇ ਕੇਸ ਵੀ ਖੁੱਲੇ ਨੇ, ਸਾਡੇ ਸਰੀਰ ਦੇ ਤਨ ਤੇ ਕੱਪੜਾ ਵੀ ਕੋਈ ਨਹੀਂ ਹੈ, ਸਿਰਫ ਇਕੱਲੇ ਸਹਿਰਿਆਂ ਦੇ ਵਿੱਚ ਅਸੀਂ ਕਹਿੰਦੇ ਉਸ ਬੱਸ ਦੇ ਵਿੱਚ ਚੜੇ, ਉਹਦੇ ਵਿੱਚ ਇਕੱਠੇ ਸਾਨੂੰ ਰੱਖਿਆ ਗਿਆ। ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ। ਜਿਸ ਜੇਲ੍ਹ ਦੇ ਵਿੱਚ ਭੇਜਿਆ ਉਸ ਜੇਲ੍ਹ ਦੇ ਵਿੱਚ ਵੀ ਸਾਨੂੰ ਇਕੱਠਾ ਰੱਖਿਆ ਗਿਆ। ਕਹਿੰਦੇ ਲਗਾਤਾਰ ਸਾਨੂੰ ਉਸ ਕਈ ਮਹੀਨਿਆਂ ਤੱਕ ਉੱਥੇ ਇਕੱਲਾ ਰੱਖਿਆ, ਨਾ ਸਾਨੂੰ ਕੋਈ ਦਾਤਨ ਕਰਨ ਵਾਸਤੇ, ਨਾ ਕੋਈ ਪੀਣ ਵਾਸਤੇ ਕੁਝ ਹੈ, ਸਰੀਰ ਬਿਲਕੁਲ ਨੰਗੇਜ ਹੈ। ਸਰੀਰ ਜਿਹੜਾ ਨੰਗੇਜ ਹੋਣ ਕਰਕੇ ਸਾਡਾ ਕਹਿੰਦੇ ਲਾਗ ਦੀ ਬਿਮਾਰੀ ਜਿਹੜੀ ਸਾਨੂੰ ਲੱਗ ਗਈ, ਸਾਡੇ ਸਰੀਰ ਤੇ ਥੱਲੇ ਪੈਣ ਕਰਕੇ ਫੋੜੇ ਨਿਕਲੇ, ਸਾਡੇ ਸਿਰ ਦੇ ਵਿੱਚ ਕੇਸ ਖੁੱਲੇ ਹੋਣ ਕਰਕੇ ਪਾਣੀ ਕੋਈ ਨਹਾਉਣ ਤੋਂ ਉਹਨੂੰ ਸਾਡੇ ਸਿਰ ਦੇ ਵਿੱਚ ਜੂਆਂ ਪੈ ਗਈਆਂ। ਕਹਿੰਦੇ ਇਸ ਤਰ੍ਹਾਂ ਦੀ ਸਾਡੀ ਜਿਹੜੀ ਸੀਗੀ ਮਤਲਬ ਕਿ ਹਾਲਤ ਹੋ ਗਈ। ਉਦੋਂ ਬਾਅਦ ਦੇ ਵਿੱਚ ਉੱਥੋਂ ਸਾਨੂੰ ਚੱਕ ਕੇ ਜਿਹੜੇ ਰਸਤੇ ਨੇ ਜੋਧਪੁਰ ਜੇਲ੍ਹ ਦੇ ਵਿੱਚ ਫਿਰ ਸਾਨੂੰ ਭੇਜਿਆ ਗਿਆ। ਉੱਥੇ ਫਿਰ ਸਾਨੂੰ ਕੀਤਾ ਗਿਆ, ਸਾਨੂੰ ਕੁੱਟਦੇ ਸੀ, ਮਾਰਦੇ ਸੀ। ਕਹਿੰਦੇ ਫਿਰ ਪਤਾ ਨਹੀਂ ਗੁਰੂ ਸਾਹਿਬ ਜੀ ਨੇ ਕਿੰਨਾ ਕਿਰਪਾ ਕੀਤੀ, ਕਿੰਨਾ ਬਖਸ਼ਿਸ਼ ਕੀਤੀ ਕਿ ਅਸੀਂ ਜੋਧਪੁਰ ਦੀ ਜੇਲ੍ਹ ਦੇ ਵਿੱਚੋਂ ਕਿਵੇਂ ਨਾ ਕਿਵੇਂ ਕਰਕੇ ਸਾਡਾ ਫਿਰ ਥੋੜ੍ਹੇ ਜਾਣਿਆਂ ਨੂੰ ਕਹਿੰਦੇ ਲਿਜਾ ਕਰਕੇ ਸਾਡਾ ਫਿਰ ਕਾਊਂਟਰ ਕੀਤਾ ਜਾਂਦਾ ਸੀਗਾ। ਮੈਂ ਇਹ ਗੱਲ ਕਹਾਣੀ ਦੱਸਦਾ ਵੀ ਉਸ 84 ਦੀ ਜਿਹੜੀ ਘਟਨਾ ਸੀ ਨਾ, ਉਸ ਵੀਰ ਨੇ ਬੜੀ ਸੋਹਣੀ ਜਿਹੜੀ ਲਿਖ ਕੇ ਪਾਈ ਵੀ ਉਹ ਕਹਿਣ ਲੱਗਾ ਵੀ ਆਹ ਹਾਲਾਤ ਜਿਹੜੇ ਸਾਡੇ ਨਾਲ ਪੈਦਾ ਹੋਏ ਸੀ, ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀ ਵੀ ਇੱਧਰੋਂ ਹੁਣ ਬਰਾੜ ਜਿਹੜਾ ਸੀਗਾ ਜਨਰਲ ਬਰਾੜ ਨੂੰ ਹਾਰ ਦਾ ਮੂੰਹ ਵੇਖਣਾ ਪੈ ਰਿਹਾ। 5 ਜੂਨ ਹੋ ਚੁੱਕੀ ਹੈ। ਜਿਹੜਾ ਕਹਿੰਦਾ ਸੀ ਮੈਂ 2 ਘੰਟਿਆਂ ਦੇ ਵਿੱਚ ਆਪਰੇਸ਼ਨ ਨੂੰ ਕਲੀਅਰ ਕਰ ਦਿਆਂਗਾ, ਜਿਹੜਾ ਕਹਿੰਦਾ ਸੀ ਮੈਂ 2 ਘੰਟਿਆਂ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਗੋਡੇ ਟਿਕਾ ਦਿਆਂਗਾ, ਤੇ ਗੁਰੂ ਸਾਹਿਬ ਸੱਚ ਜਾਣੋ ਅੱਜ 1 ਜੂਨ ਤੋਂ ਲੈ ਕੇ 5 ਜੂਨ ਹੋ ਚੁੱਕੀ ਹੈ। 5 ਜੂਨ ਤੱਕ ਲਗਾਤਾਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਹੁਣ ਸੋਚਦਾ ਪਿਆ ਵੀ ਜਰਨੈਲ ਸਿੰਘ ਜਿਹਦਾ ਦਿਲ ਤਾਂ ਵਾਰ ਨਹੀਂ ਹੁੰਦਾ ਪਿਆ, ਸਾਰੇ ਸਿੱਖ ਜਿਹੜੇ ਇਹਨਾਂ ਸ਼ਹੀਦ ਕੀਤਾ ਜਾ ਰਹੇ ਤੇ ਗੁਰੂ ਸਾਹਿਬ ਨੇ ਇਹਨੂੰ ਇਸ ਤਰ੍ਹਾਂ ਦਾ ਡਰ ਪੈਦਾ ਹੋ ਗਿਆ। ਡਰ ਕੀ ਪੈਦਾ ਹੋਇਆ ਵੀ ਹੁਣ ਮੈਂ ਹਾਰ ਦਾ ਮੂੰਹ ਕਿਵੇਂ ਵਿਖਾਵਾਂਗਾ, ਤੇ ਮੈਂ ਤਾਂ ਹਿੱਕ ਥੱਪੜ ਕੇ ਆਇਆ ਸੀ। ਤੇ ਇਹਨੇ ਫਿਰ ਕੀ ਕੀਤਾ ਤੇ ਇਹਨੇ ਫਿਰ ਜਿਹੜੀ ਫੋਨ ਕਾਲ ਕੀਤੀ, ਮੀਟਿੰਗ ਕੀਤੀ
मीटिंग करन तो बाद मीटिंग किहदे नाल करते पे ने? ये मीटिंग सुंदर जी नाल करता पिया। सुंदर जी ने अगे मीटिंग की है इंदिरा गांधी नाल। इंदिरा गांधी नाल मीटिंग करके फिर कहते रातों रात की जिहड़ी सी 5 जून का समा सीगा रात का, क्योंकि 6 जून नूं फिर जिहड़ियां धुप्पां आउंदियां पईयां। राते नाल रात के 12 बजे कहते लंगर वाले पासों जिहड़ा गेट है उस गेट के पासों फिर कहते तोपां दरबार साहिब दी सरोवर दीयां परिक्रमा दे विच उतारीआं गईआं। ते ये आपां हर साल ये इतिहास नूं सरवण करदे हां। आपां समझण दा यतन करिए कि इन्हें फिर जदों सुंदर जी ने इंदिरा गांधी नाल मीटिंग की, उन्होंने फिर रात जिहड़ियां सीगियां ते ओह तोपां भेजियां। जदों तोपां भेजियां, तोपां जिहड़ियां परिक्रमा दे विच उतारीआं गईआं, पौड़ियां भन्न के तो थल्ले उतारी। दूजी तोप जिथे बाबा दीप सिंह जी ने अपना सील दिता सीगा ते बाबा दीप सिंह जी दे उत्थे एक तोप जिहड़ी सी ओह अगे ना लंघ सकी, उत्थे ही जिहड़ी सी ओह अड़ गई सी। ते इन्हां तोपां दे नाल फिर गोलाबारी करनी शुरू की। काल तख्त साहिब के उपर जिहड़ी सी गोलाबारी होनी शुरू की। फिर हुण फैसला तय हो चुकिया सी भी हुण समा नहीं रहा। ते संत बाबा जरनैल सिंह जी ते इन्हां दे नाल अमरीक सिंह जी वर्गे होर सिख जिहड़े सीगे, इन्हां ने फिर अरदासा सोध लिया। अरदासा सोध के कहते सवेरे 9:30 बजे फिर कहते सोचते पे भी हुण आपां नूं बाहर निकलना पैना। ते भी वो कहते सी सारे सिखां ने बेनती की। संत बाबा जरनैल सिंह ने किताब पढ़ रहा सी भी जिवें मैनूं इदां दा हालात जिहा लग्गिआ भी वो उस तरह की कहानी बन चुकी है भी जिवें चमकौर की गढ़ी दे विच घेरा पाया सी। चमकौर की गढ़ी दे विच घेरा पिया भी उत्थे गुरसिखां ने कलगीधर दसवें पिता जी नूं कहा भी सतगुरु जी तुहाडे अगे बेनती है भी तुसीं किले नूं छड्ड के चले जाओ, भी मोर्चा जिहड़ा ते ओह असीं संभालांगे, भी तुसीं किले नूं छड्ड के चले जाओ। गुरु साहिब जी कहते भाई भी मैं तुहानूं छड्ड के नहीं जा सकता, मैं किले नूं छड्ड के नहीं जा सकता। तो उस तरह का हालात जिहड़े सीगे ते हुण इत्थों दे भी पैदा हो सके। जे गुरु ये गल कह सकता है मैं छड्ड के नहीं जा सकता, इस तरह संत बाबा जरनैल सिंह जी नूं गुरसिखां ने कहा भी महापुरुषो तुसीं जिहड़े सीगे ते ओह छड्ड के चले जाओ ते मोर्चे नूं असीं संभाल लवांगे। ते संत बाबा जरनैल सिंह जी कहते असीं उन्हां दे विचों जिहड़े सी पिठ विखा करके चले जाइए। कहते भी आपां गुरु अगे अरदासां सोधदे हां। फिर गुरु सवारियो गुरु साहिब जी अगे अरदासां सोधिया गया। अरदास करन तो बाद फिर ये अगे बाहर निकलते हैं शहर के विचों। जो बाहर निकलते हैं जिन्ना कि इन्हों को अपने कोल जिहड़ा सीगा आवाज़ सी पावकी इन्हों को असला सी उन्होंने असला ही वरतते रहे। तो गुरसिख जिहड़े सीगे ते फौज दा सामना करते करते आखिर में जिहड़ा सी जो शहीदी का जाम पी गए। पावकी शहीद हो गए, संत बाबा जरनैल सिंह जी भी शहीद हो गए, अमरीक सिंह जी वर्गे ते होर सिख जिहड़े सीगे ते ओह शहीद हो गए। ये साका जिहड़ा सीगा 84 का जिहड़ा वापरिया ते इत्थों तक भी सी। कहते भी फिर परिक्रमां दे विच ही उत्थे ही इन्हां दीयां लाशां पईयां रहीआं। डरदे मारे अज भी का मन के सोचते पे सी ना, मैं आ रहा सी संगरूर तो एक नौजवान वीर जिहड़े सीगे ते पानी दी सीवी ला के बैठे सी ते उन्होंने एक ना गाना लाया हुआ सीगा भी उन्होंने गाना कि लाया भी हजे भी जिहड़े है कौम जिहड़ी है संत बाबा जरनैल सिंह तस्वीर तो डरदी। परिक्रमां दे विच उन्हां दी लाश पई है, उन्हां दी लाश दे लवे जाण वास्ते कोई तैयार नहीं, हजे भी उड तो पे तो डरदे पे। एडा इन्ना क प्रभाव सीगा संत बाबा जरनैल सिंह जी दा भी उन्हां दी लाश दे लवे जाण दे लई भी कोई तैयार नहीं। पर फिर वो पता नहीं उस तो बाद ये सानू पक्के सबूतां दे आधार ते उस नहीं मिलदा भी उन्हां दा संस्कार कीता गया, कित्थे लैके गए, की होया, किवें होया। हुण ये साडे पंथ दे विच साडी बदकिस्मती इदां दी है भी असीं ना कई बार ना चाहुंदे होए भी शहीदियां नूं उदां ही असीं रोल दिंदे हां। किसी ने किस तरह का बयान दे दिता, किसी ने किस तरह का बयान दे दिता ना। कोई कहंदे जी संत बाबा जरनैल सिंह जी तो चले गए, पहलां तां असीं किन्ना समां तां साडी कौम दे विच इह इक बलबोसा पा के रखिआ भी संत बाबा जरनैल सिंह जी जिउंदे भी वो शहीद नहीं होए। फिर हौली 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 तो हुण असीं चलो इन्ना तो शुक्र है भी हुण असीं शहीदां मनण लग गए। इहदा कारण की सी? इहदा कारण ये सी भी सानूं ओह हसी ना लभी। संत बाबा जरनैल सिंह लाश जिहड़ी मैं जिक्र कीता सी ना भी जिहड़े कूड़े वाले ट्रक सन जिन्हां दे विच गंद ढोया गया सी, उन्हां लाशां नूं उन्हां दे विच लद के लै के गए सी। हो सकदा है
कि संत बाबा जरनैल सिंह की लाश भी वो लद के लैके गए। जोड़ा सानू ये नहीं पता लग्या हाल तक वो लाश कित्थे सी किवें सी, पर ये सच है भी उन्हां दी शहादत हुई है। ये सारा कुछ कराया कराया जिहड़ा सीगा उस समय के रजिस्टर इंदिरा गांधी के वालों कराया गया। तो इत्थे मैं थोड़ा जिहा जरूर जिक्र करांगा। एक गल याद रखो गुरु सवारियो, जिन्हों असीं तख्तां ते बिठाउंदे आ ना, कि जिन्हां दी असीं सपोर्ट करते हैं, तो इन्नी गल तय है भी ये सानू जिहड़े वो बख्शण वाले नहीं, क्योंकि सारा धुरा मिलाया सारा इक्को ही। मैनूं दोबारा रिपीट करने की लोड़ नहीं। कल भाई सर जी रिपीट कर रहे थे, बेशक दी वो संत लौंगोवाल वाला क्यों ना हो, बेशक दी टौड़े वर्गे क्यों ना हो, जां बादल के परिवार वर्गे क्यों ना हो, जिन्नी दगा सिख कौम के नाल इन्हां ने कमाई है, तो मेरे ख्याल शायद किसी ने ना कमाई होवे। अपने हाथ खड़े करके जिहड़े सीगे ते ये बाहर निकल के आए सीगे, अपने हाथ खड़े करके बाहर निकल के आए सी हरचंद सिंह वर्गे। इत्थे भी एक जिक्र मैं जरूर करा, संत बाबा जरनैल सिंह जी ने हरचंद सिंह लौंगोवाल ने एक गल जरूर कही सी। ये गल कही सी, कहते लौंगोवाल कहते तू सानू जिहड़ा वा धोखा दे के जा रहे हैं, ये गल याद रखी। कहते जिस गोली तो डरदा मारा तू जा रहे है ना, कहते इस गोली नहीं तेरी मौत होनी है। तो फिर सच जाने तो उस गोली नाल ही मौत हुई सी, आप सारे ही जानते हो। जिहड़े वचन उन्होंने उस खड़ के कहे सीगे ते उन्हां दे वचन जिहड़े सीगे टल होए सी। इस तरह का साका गुरु साढ़े 84 का जिहड़ा सीगा ते वापरा सी, बड़ा दुखदाई साडे लई एक 84 का जिहड़ा वापरिया गया, बड़ा खूनी दस्तान जिहड़ी सीगी ये साडे लई है, जिन्हां दी याद दे विच आपां जुड़ करके बैठे हैं। ये बार बार आपां याद करते हैं। मैं जिक्र करदा सीगा भी आ सारे जने ना होना 1 तरीक तो लैके 6 जून तक आपां सारिਆਂ ने ही याद किया। कोई ऐसा गुरसिख नहीं है कि जिन्हें नहीं याद किया। चंगी गल याद करना चाहिए। तो मैं तो ये कहूँगा भी फिर 6 जून तो बाद क्यों भुल जाते हैं? गल तो इत्थे खड़दी है ना, 6 जून है, कल तो बाद असीं वो 84 के जिहड़े लंघे होए किवें होए, किन्हां लीडरां ने किदां कराए, फिर असीं उन्हां लीडरां दे नाल उन्हां दे नाल फिर असीं सैल्फियां पाउंदे हैं, फिर असीं उन्हां दे नाल उन्हां दे हक्कां दे विच खड़दे हैं। फिर सानूं 84 याद नहीं आउंदी, बेशक दी वो कांग्रेस सरकार होवे, बेशक दी अकालियां दी होवे, बेशक दी कोई होर होवे, कोई भी हो सकदी। जिहड़ी सिखां दे नाल दगा पाउंदे आ, जिन्हां ने कदे गुरसिखां दा कोई सही कीता नहीं, उदों असीं क्यों भुल जांदे? अज दे दिनां सानूं बड़ी याद आउंदी। अत बड़े नारे लाए जाते सी, काल तख्त भी तुसीं सारिਆਂ ने वेखिया होना कि काल तख्त भी नारे लगे, खालिस्तान दे जिंदाबाद दे नारे लाए गए, उत्थे भी खालिस्तान मंगिया गया। जो खालिस्तान की मांग उठती है फिर उदों मगर को हट जाते, उदों फिर अगे क्यों नहीं आते, उदों सपोर्ट से क्यों नहीं करते, उदों फिर वोटां पाउण वेले मेरा किसी पार्टी नाल कोई लिंक नहीं, मैं किसी के हक च नहीं बोलता। साडी सोच तो है जी एक तरह की होनी भी असीं किसी जिहड़ा चंगा बंदा जां सही बंदे दे मगर असीं लगी, उदों असीं सब कुछ अपनी जमीर भी मार लैंदे हैं, अपनी जमीरां नूं असीं बेच भी दिंदे हैं, उदों असीं सारा कुछ ही कर लैंदे हैं। उदों ना सानूं 84 याद आउंदी है, ना सानूं ननकाना साहिब याद आउंदा है, ना सानूं ये याद साडे गुरु ग्रंथ साहिब दीआं बेअदबियां होईआं, ना सानूं ये याद आउंदा भी 84 ਦੇ ਵੇਲੇ भी गुरु ग्रंथ साहिब दे विच गोलियां वजीआं। ਉਹ ਤੁਸੀਂ उस ਸਰੂਪ ਦੇ दर्शन कर सकते हो। दरबार ਸਾਹਿਬ अज भी वो ਸਰੂਪ ਪਿਆ जिस ਸਰੂਪ ਦੇ ਵਿੱਚ ਗੋਲੀਆਂ ਵੱਜੀਆਂ ਸੀ, ਉਹ ਸਰੂਪ ਵੀ ਪਿਆ ਜਿਹੜਾ ਨਨਕਾਣਾ ਸਾਹਿਬ ਜਿਹੜਾ ਸੀਗਾ ਤੇ ਉਹਨਾਂ ਨੇ ਗੋਲੀਆਂ ਵੱਜੀਆਂ ਸੀ, ਉਹ ਖੂਨ ਦੇ ਨਾਲ ਸੁਨਾਰੇ ਖੂਨ ਦੇ ਨਾਲ ਜਿਹੜਾ ਤਾਪਿਆ ਬੈਠੇ ਸੀ ਸਿੰਘ ਉਹਦੇ ਗੋਲੀਆਂ ਵੱਜੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੀ ਉਹ ਡਿੱਗ ਪਿਆ ਸੀ। ਉਹ ਖੂਨ ਦੇ ਨਾਲ ਭਿੱਜੇ ਹੋਏ ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਅੱਜ ਵੀ ਉਸੇ ਤਰ੍ਹਾਂ ਉਹ ਦਰਬਾਰ ਸਾਹਿਬ ਉੱਥੇ ਕਾਲ ਤਖਤ ਦੇ ਉੱਪਰ ਪਿਆ। ਤੇ ਉਹ ਥੋੜਾ ਜਿਹਾ ਸਭ ਤੋਂ ਵੱਡੀ ਜਾਣਕਾਰੀ ਇਹ ਵੀ ਬਿਨਾਂ ਸਿਫਾਰਸ਼ ਤੋਂ ਦਰਸ਼ਨ ਨਹੀਂ ਨਾ ਕਰਵਾਉਂਦੇ। ਗੁਰਸਿੱਖ ਸੰਗਤਾਂ ਜਾਂਦੀਆਂ ਤਾਂ ਬੜੀਆਂ ਨੇ, ਫਿਰ ਥੋੜੀ ਜਿਹੀ ਬਾਦਲ ਦੀ ਸਿਫਾਰਸ਼ ਲਾਉਣੀ ਪੈਂਦੀ, ਉਹ ਕਬਜ਼ਾ ਤਾਂ ਉਹਨਾਂ ਦੀ ਹੈ ਨਾ, ਤੇ ਜਿਹੜਾ ਕੋਈ ਫੋਨ ਕਰਵਾ ਦਿੰਦਾ ਤੇ ਵੀ ਦਰਸ਼ਨ ਕਰਵਾ ਦਿੰਦੇ। ਮੇਰੇ ਤੇਰੇ ਵਰਗੇ ਨੂੰ ਕਿਸੇ ਨੂੰ ਦਰਸ਼ਨ ਕਰਵਾਉਂਦੇ ਨੇ, ਕਹਿੰਦੇ ਨਾ ਜੀ ਇਹਨਾਂ ਨੂੰ ਦਰਸ਼ਨ ਆਪਾਂ ਕਿਸੇ ਨੇ ਮੇਰੇ ਖਿਆਲ ਦਰਸ਼ਨ ਕੀਤੇ ਨਹੀਂ ਹੋਣੇ ਜਿੰਨੀ ਸੰਗਤ ਬੈਠੀ। ਆਪਣੇ ਚੋਂ ਕੋਈ ਇੱਕ ਸਿੱਖ ਨਹੀਂ ਹੈ ਕਿ ਜਿਸ ਸਿੱਖ ਨੇ ਉਹ ਨਨਕਾਣਾ ਸਾਹਿਬ ਦਾ ਸਰੂਪ ਸੀਗਾ ਉਹ ਸਰੂਪ ਦੇ ਦਰਸ਼ਨ ਕੀਤੇ ਹੋਣ ਕਿਸੇ ਨੇ, ਜਾਂ ਸਾਡੇ ਚ ਉਹ ਸਿੱਖ ਨੇ ਜਿਹੜਾ 84 ਦੇ ਵੇਲੇ ਜਿਹਦੇ ਗੋਲੀਆਂ ਲੱਗੀਆਂ ਸੀ ਤੇ ਉਸ ਗ੍ਰਾਮ ਦੇ ਦਰਸ਼ਨ ਕੀਤੇ ਹੋਣ। ਹਾਂ ਲੈਬ ਆ ਥੋੜੇ ਦਿਨ ਪਰਸੋਂ ਜਿਹੜਾ ਲੈਬ ਚੱਲ ਰਿਹਾ ਸੀ
ਉਦੋਂ ਉਹਦੇ ਦਰਸ਼ਨ ਕਰਵਾਏ ਜਾ ਰਹੇ ਸੀਗੇ, ਦਿਖਾਏ ਜਾ ਰਹੇ ਸੀਗੇ, ਅੰਗ ਵੀ ਵਿਖਾਏ ਜਾ ਰਹੇ ਸੀ, ਗੋਲੀ ਵੀ ਵਿਖਾਈ ਜਾ ਰਹੇ ਸੀ ਵੀ ਆਹ ਗੋਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਗੀ ਹੈ। ਪਰਸੋਂ ਲਾਈਵ ਚੱਲਦਾ ਸੀਗਾ ਪ੍ਰੋਗਰਾਮ, ਉਹਦੇ ਦਿਖਾਏ ਜਾ ਰਹੇ ਸੀਗੇ। ਤੇ ਜੇ ਤੁਸੀਂ ਉਦੋਂ ਬਾਅਦ ਦੇ ਵਿੱਚ ਜਾਓ ਨਾ ਦਰਬਾਰ ਸਾਹਿਬ, ਅਸੀਂ ਦਰਸ਼ਨ ਕਰਨੇ ਮੈਂ ਗਰੰਟੀ ਲੈਣਾ, ਮੈਂ ਇਸ ਗੱਲ ਦੀ ਤੁਹਾਨੂੰ ਕੋਈ ਦਰਸ਼ਨ ਕਰਵਾ ਦੇ ਉੱਥੇ ਜਮਾ ਨਹੀਂ ਕਰਵਾਓ ਦਿਖਾਉਂਦੇ। ਹਾਂ ਇੰਨਾ ਕੁ ਜ਼ਰੂਰ ਬਾਦਲ ਸਾਹਿਬ ਤੋਂ ਚਿੱਠੀ ਜੀ ਲੈ ਲਓ ਜੇ ਕਿਤੇ ਪ੍ਰਧਾਨ ਤੋਂ ਕਿਸੇ ਤੋਂ, ਫਿਰ ਤਾਂ ਮਿਲ ਸਕਦੇ ਕਰਾ ਦੇਣ। ਕਿ ਇਹਨਾਂ ਲੋਕਾਂ ਨੇ ਚੌਧਰਾਂ ਦੀ ਖਾਤਰ ਜਿਹੜੇ ਹੈਗੇ ਉਹ ਕਬਜ਼ੇ ਕਰ ਰੱਖੇ ਨੇ ਗੁਰੂ ਘਰਾਂ ਤੇ ਇਹ ਸਾਰੇ ਜਿਹੜੇ ਹੈਗੇ ਕਬਜ਼ੇ ਦੇ ਮਾਰੇ ਬੈਠੇ। ਸੋ ਖੈਰ ਕਹਿਣ ਤੋਂ ਮੁਰਾਦ ਇਹ ਹੈ ਗੁਰੂ ਸਵਾਰਿਓ ਵੀ ਇਹਨਾਂ ਸਾਰਿਆਂ ਤੋਂ ਅਸੀਂ ਬਚਣਾ ਹੈ। ਜੇ 84 ਦਾ ਦੌਰ ਅੱਜ ਜਿਹੜਾ ਅਸੀਂ 84 ਦਾ ਘੱਲੂ ਘਾਲਾ ਮਨਾਉਂਦੇ ਪਏ ਹਾਂ, ਇਹਨੂੰ ਆਪਣੇ ਚੱਕਰ ਚਿਹਨ ਦੇ ਵਿੱਚ ਹਮੇਸ਼ਾ ਵਸਾ ਕੇ ਰੱਖੀਏ। ਬਸ ਆਪਣੀ ਅਣਖ ਨੂੰ ਜਗਾ ਕੇ ਰੱਖੀਏ। ਸਾਡੀ ਅਣਖ ਨਾ ਕਦੇ ਮਰ ਜਾਏ, ਸਾਡੀ ਕਦੇ ਜ਼ਮੀਰ ਨਾ ਮਰ ਜਾਏ, ਕਦੇ ਇਹ ਨਾ ਵੀ ਇਹ ਸਮਾਂ ਅਸੀਂ ਜਿਹੜਾ ਉਹ ਜਾਈ ਨਿਕਾ ਦੇਈਏ। ਤੇ ਇਹਨਾਂ ਬੇਨਤੀਆਂ ਦੇ ਨਾਲ ਮੈਂ ਸਮਾਪਤੀ ਕਰਾਂ ਜੀ। ਚੱਲ ਰਹੀ ਲੜੀਵਾਰ ਜਿਹੜੀ ਸ਼ਬਦ ਵਿਚਾਰ ਹੈ ਇਹ ਭਗਤ ਬਾਣੀ ਦੇ ਵਿੱਚੋਂ ਸ਼ਬਦ ਜੋ ਆਪ ਨੇ ਸਰਵਣ ਕੀਤਾ, ਸ਼ਬਦ ਦੇ ਅਰਥਾਂ ਦੇ ਨਾਲ ਵੀ ਆਪਾਂ ਸਾਂਝ ਪਾ ਲਈ। ਫਿਰ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਜ਼ਰੂਰ ਹੈ ਵੀ ਇਤਿਹਾਸ ਆਪਾਂ ਹਰ ਸਾਲ ਹੀ ਸਾਂਝਾ ਕਰਦੇ ਹਾਂ, ਹਰ ਸਾਲ ਹੀ ਆਪਾਂ ਸੁਣਦੇ ਕੀ ਕੁਝ ਹੋਇਆ, ਕਿਵੇਂ ਵਾਪਰਿਆ, ਕਿੱਦਾਂ ਵਾਪਰਿਆ, ਸਾਰਾ ਕੁਝ ਪਤਾ ਹੈ। ਸਾਡੇ ਬਜ਼ੁਰਗਾਂ ਤੋਂ ਵੀ ਗੱਲਾਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਵੀ ਕਿਸ ਤਰ੍ਹਾਂ ਸਾਡਾ ਖਾਤਾ ਜਿਹੜਾ ਸੀ ਇਹ ਵਾਪਰਿਆ। ਇੱਥੇ ਮੈਂ ਜ਼ਿਕਰ ਇੱਕ ਹੋਰ ਕਰਦੇ ਹਾਂ, ਕਦੇ ਇਹ ਨਾ ਸੋਚੋ ਵੀ ਇਕੱਲਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ। 35 ਗੁਰਦੁਆਰਿਆਂ ਤੇ ਅਟੈਕ ਕੀਤਾ ਗਿਆ ਸੀ ਉਸ ਦਿਨ, 35 ਗੁਰਦੁਆਰਿਆਂ ਇਕੱਠਾ ਇੱਕ ਟਾਈਮ ਇਹ ਕੀਤਾ ਗਿਆ ਸੀਗਾ। ਸੋ ਖੈਰ ਕਹਿਣ ਤੋਂ ਮੁਰਾਦ ਇਹ ਹੈ ਵੀ ਇਹਨਾਂ ਨੇ ਸੋਚੀ ਸਮਝੀ ਦੇ ਨਾਲ ਇਹ ਸਾਰਾ ਕੁਝ ਕੀਤਾ ਸੀ। ਕੋਈ ਇਹ ਨਹੀਂ ਸੀ ਵੀ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਗ੍ਰਿਫਤਾਰ ਕਰਨਾ ਜਾਂ ਫੜਨਾ। ਇਹ ਤਾਂ ਇਹ ਸੀਗਾ ਵੀ ਇਹਨਾਂ ਸਾਰੇ ਸਿੱਖ ਕੌਮ ਨੂੰ ਬਲੀਆ ਪਿੰਡ ਕੀਤਾ ਜਾਏ। ਬਸ ਇਹਨਾਂ ਨੂੰ ਇਹਨਾਂ ਸਿਧਾਂਤ ਤੋਂ ਤੋੜਿਆ ਜਾਏ। ਅੱਜ ਵੀ ਹਾਲਾਤ ਉਹੀ ਨੇ, ਅੱਜ ਵੀ ਸਾਨੂੰ ਬਾਣੀ ਨਾਲੋਂ ਤੋੜਿਆ ਜਾ ਰਿਹਾ, ਅੱਜ ਵੀ ਸਾਨੂੰ ਗੁਰੂ ਘਰਾਂ ਦੇ ਨਾਲੋਂ ਤੋੜਿਆ ਜਾ ਰਿਹਾ। ਤੇ ਅਸੀਂ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣਾ ਹੈ। ਗੁਰੂ ਦੀ ਬਾਣੀ ਨਾਲ ਅਸੀਂ ਜੁੜੇ ਰਹੀਏ, ਗੁਰੂ ਦੀ ਬਾਣੀ ਨੂੰ ਹਮੇਸ਼ਾ ਪੜ੍ਹਦੇ ਰਹੀਏ, ਆਪਣੇ ਜ਼ਮੀਰ ਨੂੰ ਅਸੀਂ ਜਗਾ ਕੇ ਰੱਖੀਏ, ਜ਼ਮੀਰ ਨਾ ਮਰਨ ਦਈਏ। ਜਿਨ੍ਹਾਂ ਲੋਕਾਂ ਦੇ ਜ਼ਮੀਰ ਮਰ ਜਾਂਦੀ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਕਹਿ ਦਿੰਦੇ, ਕਹਿੰਦੇ ਭਾਈ ਮੌਤ ਅਸਲ ਦੇ ਵਿੱਚ ਉਹ ਜਿਹਦੀ ਜ਼ਮੀਰ ਮਰ ਜਾਂਦੀ ਹੈ। ਸਰੀਰ ਦਾ ਮਰ ਜਾਣਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਮੌਤ। ਇਹ ਬਚਨ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ। ਸੋ ਖੈਰ ਇਹ ਆਪਣੀ ਚਰਨਾਂ 'ਚ ਬੇਨਤੀ ਹੈ ਜੀ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਵਿੱਚੋਂ ਜੈਦੇਵ ਭਗਤ ਜੈਦੇਵ ਜੀ ਦਾ ਜਿਹੜਾ ਸ਼ਬਦ ਹੈ ਤੇ ਖਿਮਾ ਕਰਨੀ ਭਗਤ ਸੈਣ ਜੀ ਦਾ ਸ਼ਬਦ ਜਿਹੜਾ ਆਪ ਨੇ ਸਰਵਣ ਕੀਤਾ ਹੈ। ਇਹ ਸ਼ਬਦ ਦੇ ਅੰਦਰ ਭਗਤ ਸੈਣ ਜੀ ਕੀ ਕਹਿੰਦੇ ਪਏ ਨੇ, ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦੇ ਹਾਂ। ਸ੍ਰੀ ਸੈਣ ਧੂਪ ਦੀਪਕ੍ਰਿਤ ਸਾਜ ਆਰਤੀ, ਪਾਰਨ ਜਾਓ ਕਮਲਾਪਤੀ। ਇਸ ਸ਼ਬਦ ਦੇ ਅੰਦਰ ਨੇ ਇੱਕ ਰਹਾਉ ਦਾ ਬੰਦ ਹੈ। ਰਹਾਉ ਦਾ ਬੰਦ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਕੇਂਦਰੀ ਭਾਵ ਦਾ ਭਾਵ ਹੁੰਦਾ ਵੀ ਸ਼ਬਦ ਦੀ ਜਦੋਂ ਪਕੜ ਕਰਨੀ ਹੈ ਨਾ, ਵੀ ਸ਼ਬਦ ਭਗਤ ਜੀ ਨੇ ਉਚਾਰਨ ਕਿਉਂ ਕੀਤਾ, ਇਹਦਾ ਕਾਰਨ ਕੀ ਸੀਗਾ ਸ਼ਬਦ ਉਚਾਰਨ ਕਰਨ ਦਾ, ਜਾਂ ਇਸ ਸ਼ਬਦ ਦੇ ਅੰਦਰ ਭਗਤ ਜੀ ਸਾਨੂੰ ਕੀ ਸਮਝਾਉਂਦੇ ਪਏ ਨੇ। ਉਦੋਂ ਸਾਨੂੰ ਸ਼ਬਦ ਦਾ ਰਹਾਉ ਦੇ ਬੰਦ ਨੂੰ ਪਕੜਨਾ ਪਏਗਾ। ਜਿੰਨਾ ਸਮਾਂ ਅਸੀਂ ਸ਼ਬਦ ਦੇ ਰਹਾਉ ਦੇ ਬੰਦ ਨੂੰ ਨਹੀਂ ਪਕੜਦੇ, ਉਹਨਾਂ ਸਮਾਂ ਸਾਨੂੰ ਸ਼ਬਦ ਦੀ ਜਿਹੜੀ ਉਹ ਸਮਝ ਨਹੀਂ ਲੱਗੇਗੀ। ਕਿਉਂਕਿ ਇੱਥੋਂ ਹੁਣ ਸ਼ਬਦ ਇਹਨਾਂ ਨੇ ਸ਼ੁਰੂ ਕੀਤਾ ਭਗਤ ਜੀ ਨੇ ਵੀ ਧੂਪ ਦੀਪ ਕ੍ਰਿਤ ਸਾਜ ਆਰਤੀ। ਸਾਨੂੰ ਇੰਨਾ ਜ਼ਰੂਰ ਪਤਾ ਲੱਗ ਗਿਆ ਵੀ ਆਰਤੀ ਦੇ ਸੰਬੰਧ ਦੇ ਸ਼ਬਦ ਹੈ, ਪਰ ਸ਼ਬਦ ਉਚਾਰਨ ਕਿਉਂ ਕੀਤਾ ਗਿਆ, ਇਹਦੀ ਰੂਪ ਰੇਖਾ ਕੀ ਸੀ, ਇਹ ਸਮਝਣ ਦਾ ਯਤਨ ਕਰੀਏ। ਇਹ ਸ਼ਬਦ ਦਾ ਜਿਹੜਾ ਰਹਾਉ ਦਾ ਬੰਧਨ, ਉਹ ਸ਼ਬਦ ਦਾ ਰਹਾਉ ਦਾ ਬੰਧ ਹੈ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ। ਭਾਵ ਕੀ ਸੀ ਵੀ ਅਕਾਲ ਪੁਰਖ ਵਾਹਿਗੁਰੂ ਜੀ ਨਾ ਜਿਹੜੇ ਇੱਥੇ ਸ਼ਬਦ ਵਰਤਿਆ ਗਿਆ ਰਾਜਾ ਰਾਮ, ਰਾਜਾ ਰਾਮ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ। ਤੇ ਇੱਥੇ ਉਹਨਾਂ ਸ਼ਬਦ ਵਰਤਿਆ ਗਿਆ ਭਗਤ ਸੈਣ ਜੀ ਜਿਹੜੇ ਹੈ ਨਾ ਉਹ ਜ਼ਿਕਰ ਕਰਦੇ ਪਏ ਨੇ ਵੀ ਹੇ ਮੇਰੇ ਮਾਲਕਾ, ਵੀ ਮੈਂ ਹਰ ਰੋਜ਼ ਨਿੱਤਾ ਪ੍ਰਤੀ ਮੈਂ ਤੇਰੀ ਸਿਫਤ ਸਲਾਹ ਕਰਾਂ, ਤੇਰੇ ਗੁਣਾਂ ਨੂੰ ਗੈਨ ਕਰਾਂ। ਹੁਣ ਉਹਦੀ ਸਿਫਤ ਸਲਾਹ ਕਰਨ ਦੇ ਲਈ ਦੁਨੀਆ ਦੇ ਵਿੱਚ ਸੰਸਾਰ ਦੇ ਅੰਦਰ ਕੀ ਵਰਤਿਆ ਜਾਂਦਾ ਸੀਗਾ। ਅੱਜ ਆਪਾਂ ਸੌਖੀ ਜੀ ਗੱਲ ਸਮਝ ਲਈਏ
ਵੀ ਦੁਨੀਆ ਦੇ ਵਿੱਚ, ਸੰਸਾਰ ਦੇ ਅੰਦਰ ਜੇ ਆਪਾਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪੂਜਣਾ ਹੋਵੇ ਜਾਂ ਪੂਜਾ ਕਰਨੀ ਹੋਵੇ, ਸਾਨੂੰ ਕੀ ਕਰਨਾ ਪਏ? ਇੱਕ ਸਵਾਲ ਹੈ ਤੁਹਾਡਾ, ਸਾਡੇ ਕੋਲੇ ਕੀ ਸਿਧਾਂਤ ਹੈ ਕਿ ਅਸੀਂ ਉਹਦੀ ਪੂਜਾ ਕਰ ਸਕੀਏ? ਹੁਣ ਸਿਧਾਂਤ ਇਸ ਤਰ੍ਹਾਂ ਦਾ ਬਣਦਾ ਪਿਆ ਵੀ ਦੁਨੀਆ ਦੇ ਵਿੱਚ, ਸੰਸਾਰ ਦੇ ਅੰਦਰ ਸਭ ਤੋਂ ਪਹਿਲੀ ਗੱਲ ਜੀ ਇਹ ਸੀ ਵੀ ਲੋਕ ਜਿਹੜੇ ਉਹਦੀ ਮੂਰਤੀ ਬਣਾ ਕੇ ਰੱਖਦੇ ਸੀ ਵੀ ਇਹ ਸਾਡੇ ਭਗਵਾਨ ਦੀ ਮੂਰਤੀ ਹੈ, ਹੈ ਨਾ, ਇਹ ਸਾਡੇ ਜਿਹੜੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੇ। ਉਹਨਾਂ ਦੀਆਂ ਮੂਰਤੀਆਂ ਬਣਾ ਕੇ ਤੇ ਫਿਰ ਉਹਨਾਂ ਦੇ ਅੱਗੇ ਜਿਹੜੀ ਸੀਗੀ ਤੇ ਉਹ ਧੂਪ ਲਗਾਈ ਜਾਂਦੀ, ਉਹਦੇ ਅੱਗੇ ਜੋਤਾਂ ਲਗਾਈਆਂ ਜਾਂਦੀਆਂ ਸੀਗੀਆਂ, ਉਹਨਾਂ ਦੇ ਜਿਹੜੇ ਫੁੱਲਾਂ ਦੀ ਵਰਖਾ ਕਰੀ ਜਾਂਦੀ ਸੀ, ਹੈ ਨਾ, ਪੱਥਰ ਦੀ ਮੂਰਤੀ ਦੇ ਅੱਗੇ ਇਹ ਕੁਝ ਕਰਦੇ ਸੀਗੇ। ਹੁਣ ਸਾਨੂੰ ਗੁਰੂ ਸਾਹਿਬ ਜੀ ਨੇ ਇਹ ਚੀਜ਼ਾਂ ਦੇ ਵਿੱਚੋਂ ਰੋਕ ਦਿੱਤਾ। ਉਹ ਕਹਿੰਦੇ ਵੀ ਤੂੰ ਮੂਰਤ ਕਿਹਦੀ ਬਣਾਉਂਦਾ ਪਿਆ, ਤੇ ਉਹ ਤਾਂ ਮੂਰਤਾਂ ਦੇ ਵਿੱਚ ਆਉਂਦਾ ਕੋਈ ਨਹੀਂ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਮੂਰਤ ਤੋਂ ਰਹਿਤ। ਤੁਸੀਂ ਰੋਜ਼ ਪੜ੍ਹਦੇ ਹੋ ਗੁਰੂ ਨਾਨਕ ਦੇਵ ਦੇ ਵਚਨ ਵੀ ਅਕਾਲ ਮੂਰਤ, ਭਾਵ ਕਿ ਮੂਰਤਾਂ ਤੋਂ ਰਹਿਤ ਹੈ। ਜੇ ਉਹ ਮੂਰਤਾਂ ਤੋਂ ਰਹਿਤ ਹੈ, ਉਹਦੀ ਸ਼ਕਲ ਵੀ ਕੋਈ ਨਹੀਂ ਹੈ, ਉਹਦਾ ਰੰਗ ਵੀ ਕੋਈ ਨਹੀਂ, ਉਹਦਾ ਭੇਖ ਵੀ ਕੋਈ ਨਹੀਂ ਹੈ, ਜੇ ਇਹ ਉਹਦਾ ਸਾਰਾ ਕੁਝ ਨਹੀਂ ਹੈ, ਫਿਰ ਅਸੀਂ ਉਹਦੀ ਕਿਵੇਂ ਜਿਹੜੀ ਪੂਜਾ ਕਰ ਸਕਦੇ ਹਾਂ? ਉਹਨੂੰ ਅਸੀਂ ਮੰਨੀਏ ਕਿਵੇਂ? ਫਿਰ ਗੁਰੂ ਸਾਹਿਬ ਜੀ ਬਾਣੀ ਸਮਝਾਉਂਦੇ ਨੇ, ਕਹਿਣ ਲੱਗੇ ਭਾਈ ਤੂੰ ਪੂਜਾ ਕਰਨੀ ਆ ਅਕਾਲ ਦੀ ਕਰਨੀ, ਅਕਾਲ ਦੀ ਪੂਜਾ ਕਰ। ਤੂੰ ਕਿਸੇ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ, ਤੂੰ ਕਿਸੇ ਪੱਥਰਾਂ ਦੀ ਪੂਜਾ ਨਹੀਂ ਕਰਨੀ। ਕਹਿਣ ਲੱਗੇ ਮਾਲਕ ਜੀ ਜੇ ਅਸੀਂ ਨਹੀਂ ਕਰਨੀ ਹੈ ਤਾਂ ਦੁਨੀਆ ਦੇ ਲੋਕ ਤਾਂ ਸਾਰੇ ਕਰਦੇ ਪਏ ਨੇ, ਆ ਦੁਨੀਆ ਦੇ ਲੋਕ ਤਾਂ ਸ਼ੰਖ ਵਜਾਉਂਦੇ ਪਏ, ਆ ਦੁਨੀਆ ਦੇ ਲੋਕ ਤਾਂ ਮੰਦਰਾਂ 'ਚ ਟੱਲ ਖੜਕਾਉਂਦੇ ਪਏ ਨੇ, ਆ ਦੁਨੀਆ ਦੇ ਲੋਕ ਜਿਹੜੇ ਹੈਗੇ ਮੂਰਤੀ ਤੇ ਤਿਲਕ ਲਗਾਉਂਦੇ ਪਏ ਆ ਦੁਨੀਆ ਦੇ ਲੋਕ ਤਾਂ ਧੂਪ ਬੱਤੀਆਂ ਜੋਤਾਂ ਲਾਉਂਦੇ ਪਏ ਨੇ, ਪਰ ਅਸੀਂ ਕਿਵੇਂ ਪੂਜਾ ਕਰੀਏ? ਫਿਰ ਸਤਿਗੁਰੂ ਜੀ ਨੇ ਬੜੇ ਪਿਆਰ ਸਮਝਾਇਆ, ਕਹਿਣ ਲੱਗੇ ਪੂਜਾ ਕੀਚੈ ਨਾਮ ਧਿਆਈਏ ਬਿਨ ਨਾਵੈ ਪੂਜ ਨਾ ਹੋਵੇ। ਮੇਰੀ ਮਾਲਕ ਜੀ ਨੇ ਸਮਝਾ ਦਿੱਤਾ, ਕਹਿਣ ਲੱਗੇ ਪੂਜਾ ਕਰਨੀ ਹੈ ਨਾ, ਪੂਜਾ ਕਰਨੀ ਹੈ ਜੇ ਤੂੰ ਕਹਿੰਦੇ ਨਾਮ ਜਪਿਆ ਕਰ, ਬਸ ਉਹਦੇ ਨਾਮ ਤੋਂ ਬਿਨਾਂ ਉਹਦੀ ਪੂਜਾ ਨਹੀਂ ਹੋ ਸਕਦੀ, ਸਿਮਰਨ ਤੋਂ ਬਿਨਾਂ ਉਹਦੀ ਪੂਜਾ ਨਹੀਂ ਹੋ ਸਕਦੀ, ਬੰਦਗੀ ਤੋਂ ਬਿਨਾਂ ਉਹਦੀ ਪੂਜਾ ਨਹੀਂ ਹੋ ਸਕਦੀ। ਕਹਿੰਦੇ ਮਾਲਕ ਜੀ ਹੁਣ ਗੱਲ ਇੱਥੇ ਹੋਰ ਹੋ ਗਈ, ਕਹਿੰਦੇ ਜੇ ਅਸੀਂ ਉਹਦੀ ਆਰਤੀ ਕਰਨੀ ਹੋਵੇ ਤੇ ਆਰਤੀ ਕਿਵੇਂ ਕਰੀ? ਕਿਉਂਕਿ ਅਸੀਂ ਥੋੜਾ ਜਿਹਾ ਪਖੰਡਬਾਜ਼ੀ ਨਾਲ ਅਸੀਂ ਵੀ ਜ਼ਿਆਦਾ ਜੁੜੇ ਹੋਏ ਹਾਂ, ਜਿੱਥੇ ਪਖੰਡ ਜਿਹਾ ਚੱਲਦਾ ਹੋਵੇ ਬੰਦਾ ਕਹਿੰਦਾ ਵੀ ਇੱਥੇ ਬੜਾ ਗਲਤੀ। ਇੱਕ ਮੈਂ ਥੋੜਾ ਜ਼ਿਕਰ ਹੋਰ ਕਰਦੇ, ਮੈਂ ਕਦੇ ਕਦੇ ਹੈਰਾਨ ਹੋਣਾ ਵੀ ਜਦੋਂ ਅਸੀਂ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਂਦੇ ਆ ਨਾ, ਪਾਠ ਕਰਵਾਉਂਦੇ, ਜੇ ਅੱਜ ਦੇ ਸਮੇਂ ਦੀ ਗੱਲ ਕਰੀਏ, ਮੈਂ ਚਲੋ ਨਗਰਾਂ ਦੀ ਗੱਲ ਕਰਾਂ, ਜਿਸ ਨਗਰ ਦੇ ਵਿੱਚ ਸਮਾਧਾਂ ਬਣੀਆਂ ਹੋਈਆਂ ਨੇ, ਇਹ ਗੱਲ ਨੋਟ ਕਰਿਓ, ਜਿਸ ਨਗਰ ਦੇ ਵਿੱਚ ਸਾਧ ਰਹਿੰਦੇ ਤੇ ਪਾਠ ਕਰਦੇ, ਲੈ ਗਰੰਟੀ ਇਸ ਗੱਲ ਦੀ ਉੱਥੋਂ ਦੇ ਲੋਕ ਜਿਹੜੇ ਸਭ ਤੋਂ ਵੱਧ ਸਾਧਾਂ ਤੋਂ ਪਾਠ ਕਰਦੇ ਆ। ਕਿਉਂ? ਕਿਉਂਕਿ ਸਾਧ ਜਿਹੜੇ ਨੇਗੇ ਤੇ ਉਹ ਜਦੋਂ ਆਰਤੀ ਕਰਦੇ ਨੇ ਉਦੋਂ ਦੀਵੇ ਜੇ ਲਾ ਲੈਂਦੇ ਆ, ਥਾਲ ਜੇ ਘੁਮਾਉਂਦੇ ਨੇ, ਸ਼ੰਖ ਜਾ ਵਜਾਉਂਦੇ ਆ, ਹਨਾ, ਉਹ ਫਿਰ ਵਿੱਚ ਨਾਮ ਜਲਾਉਂਦੇ। ਅਰਦਾਸ ਵੀ ਉਹਨਾਂ ਨੇ ਆਪਣੀ ਵੱਖਰੀ ਬਣਾਈ ਹੋਈ ਹੈ ਨਾ, ਵੀ ਬਾਬਾ ਨੇ ਦਿੱਤਾ ਜੋ ਵਰ ਮੰਗਿਆ ਸੋ ਹੀ ਦਿੱਤਾ, ਪਾਣੀਆਂ ਲਾਇਆ ਟਲ, ਪਤਾ ਨਹੀਂ ਕੀ ਕੁਝ ਕਹਿੰਦੇ ਆ, ਸੁੱਖ ਹੈ। ਕਹਿਣ ਤੋਂ ਬਾਅਦ ਸਾਨੂੰ ਇੰਨਾ ਕੁ ਮਤਲਬ ਕਿ ਐਂ ਜੇ ਹੋਏ ਤਸੱਲੀ ਹੋ ਜਾਂਦੀ ਹੈ ਵੀ ਅਰਦਾਸ ਤਾਂ ਬਸ ਆ ਬਾਬੇ ਨੇ ਕਰੀ ਆ ਸਾਡੇ ਨਾਮ ਤੇ। ਸੌਖੀ ਜੀ ਗੱਲ ਕਹਿੰਦੇ ਇੱਕ ਹੋਰ, ਇੱਥੇ ਆਪਾਂ ਅਰਦਾਸ ਕਰਦੇ, ਗ੍ਰੰਥੀ ਸਿੰਘ ਤੋਂ ਆਪਾਂ ਅਰਦਾਸ ਕਰਾਉਂਦੇ ਹਾਂ, ਗ੍ਰੰਥੀ ਸਿੰਘ ਅਰਦਾਸ ਕਰਦੇ ਵੀ ਗੁਰੂ ਸਾਹਿਬ ਜੀ ਕਿਰਪਾ ਕਰੋ, ਪਰਿਵਾਰ ਦੇ ਅੰਦਰ ਸੁਖ ਸ਼ਾਂਤੀ ਵਰਤਾਇਓ। ਹੋ ਗਈ ਅਰਦਾਸ। ਅਸੀਂ ਪਤਾ ਕਿ ਬਾਬੇ ਨੇ ਅਰਦਾਸ ਚੰਗੀ ਤਰ੍ਹਾਂ ਨਹੀਂ ਕਰੀ। ਪਤਾ ਕਿਉਂ? ਕਿਉਂਕਿ ਨੌ ਜਿਹੜੇ ਨਾ ਬੋਲੇ ਗੁਰੂ ਸਾਹਿਬ ਜੀ ਕਿਰਪਾ ਕਰਿਓ ਤੇ ਇਹਨਾਂ ਦੇ ਫਲਾਣੇ ਭਜੰਗੀ ਦਾ ਨਾਮ ਇਹ ਹੈ ਜੀ, ਇਹਦਾ ਨਾਮ ਆਹਾ ਹੈ ਤੇ ਇਹਦੀ ਉਮਰ ਵੱਡੀ ਹੋ ਜਾਏ, ਇਹਨੂੰ ਵਿਦਿਆ ਦਾ ਦਾਨ ਦੇ ਦਿਓ, ਇਹਨੂੰ ਤੁਸੀਂ ਜੀ ਇਹ ਦੇ ਦਿਓ, ਇਹਦਾ ਵੱਡਾ ਸੋਹਣਾ ਮਕਾਨ ਬਣ ਜਾਏ, ਇਹਦਾ ਵਿਆਹ ਹੋ ਜਾਏ। ਬਹੁਤ ਮੈਂ ਕਹਿੰਦਾ ਜਿੰਨਾ ਗ੍ਰੰਥੀ ਵੱਧ ਗਿਣੂ ਚੀਜ਼ਾਂ ਇਹ ਉਨੀ ਲੋਕ ਕਹਿਣਗੇ ਵੀ ਅਰਦਾਸ ਆ ਵਧੀਆ ਹੋਈ ਹੈ। ਉਹਨਾਂ ਦਾ ਫਰਕ ਕੀ ਹੈ? ਦੁਨੀਆ ਦੇ ਲੋਕਾਂ ਨੂੰ ਇਹ ਗੱਲ ਦਾ ਭੁਲੇਖਾ ਪੈ ਗਿਆ, ਨਹੀਂ ਤਾਂ ਕਹੀ ਜਾਣਗੇ ਬਿਨ ਬੋਲਿਆ ਸਭ ਕਿਸ ਜਾਣਦਾ, ਨਾਲੇ ਐ ਕੀ ਕਹਿੰਦੇ ਵੀ ਬਿਨਾਂ ਬੋਲਿਆ ਤੂੰ ਜਾਣਦਾ, ਕਿਸ ਅੱਗੇ ਕੀਚੇ ਅਰਦਾਸ, ਮੈਂ ਅਰਦਾਸ ਕਿਤੇ ਅੱਗੇ ਕਰਾਂ। ਨਾਲੇ ਬੰਦਾ ਕਹਿੰਦਾ ਵੀ ਮੇਰਾ ਨਾਮ ਨਹੀਂ ਬੋਲਿਆ, ਦੋਨੇ ਪਾਸੇ ਭੱਜ ਗਏ ਨਾ। ਮੇਰਾ ਕਹਿਣ ਤੋਂ ਮੁਰਾਦ ਇਹ ਹੈ ਵੀ ਜਿੰਨੀ ਤੁਸੀਂ ਪਖੰਡਬਾਜ਼ੀ ਵੱਧ ਕਰੋਗੇ ਨਾ, ਦੁਨੀਆ ਦੇ ਲੋਕ ਉਨੇ ਤੁਹਾਡੇ ਨਾਲ ਵੱਧ ਜੁੜਨਗੇ, ਵੱਧ ਜੁੜਨਗੇ। ਇਹੀ ਹਾਲ ਅੱਜ ਸਾਧਾਂ ਨਾਲ ਕਿਉਂ ਲੋਕ ਜੁੜੇ?
ਆ ਸਾਡੇ ਵਰਗਿਆਂ ਨੂੰ ਤਾਂ ਕੋਈ ਫਤਿਹ ਬੁਲਾ ਕੇ ਰਾਜ ਨਹੀਂ, ਵੀ ਉਹ ਭਾਈ ਸਭ ਜਾਂਦੇ, ਕੋਈ ਕੋਲ ਦੂਰ ਦੀ ਲੱਗਦਾ ਵੀ ਇਹਦੇ ਬੰਦੇ ਦੂਜੇ ਨੇ, ਤਵਾ ਲਾਉਣ ਵਾਲੇ ਨੇ, ਹਨਾ। ਤੇ ਜੇ ਹੁਣ ਗੋਲ ਜਾਂ ਪਰਨਾ ਬੰਨਿਆ ਹੋਵੇ, ਗੱਲ ਚ ਮਾਲਾ ਜੀ ਪਾਈ ਹੋਵੇ, ਉਹ ਤਾਂ ਹੀ ਨਹੀਂ ਪਤਾ ਵੀ ਪੈਰੀ ਹੱਥੀ ਲਾਉਣ ਲੱਗ ਜਾਣ ਲੋਕ, ਬਾਬਾ ਜੀ ਬਾਬਾ ਤਾਂ ਇਹੀ ਆ ਵੱਡਾ, ਬਸ ਨਹੀਂ, ਹਨਾ। ਥੋੜਾ ਜਿਹਾ ਆ ਕੇ ਕਹਿੰਦੇ ਭਾਈ ਵੀ ਇੱਥੋਂ ਸਰੋਵਰ ਚ ਇਸ਼ਨਾਨ ਕਰ ਲਓ, ਭਾਈ ਇੱਥੋਂ ਇੱਦਾਂ ਕਰ ਲਓ, ਆਹ ਲੈ ਜਾਓ ਪਾਣੀ ਲੈ ਜਾਓ ਘਰੇ ਤੁਸੀਂ, ਹਨਾ। ਉਹਨੂੰ ਕਹਿਣਗੇ ਵੀ ਅਸਲ ਬਾਬਾ ਤਾਂ ਇਹ, ਜਿਹੜਾ ਕਹੂ ਪਾਣੀ ਲੈ ਜਾਓ ਘਰੇ ਉਹਨੂੰ ਕਹਿਣਗੇ ਬਾਬਾ ਹੈ। ਜਿਹੜਾ ਕਹੂਗਾ ਵੀ ਬਾਣੀ ਲੈ ਜਾਓ ਘਰੇ ਉਹਨੂੰ ਨਾ ਬਾਬਾ ਬੇਅਦਬੀ ਹੋ ਜੂ, ਘਰੇ ਲੈ ਕੇ ਜਾਣਾ ਪਾਣੀ, ਲੈ ਦੱਸ ਪਾਣੀ ਲੈ ਕੇ ਜਾਏ ਬੇਅਦਬੀ ਹੋ ਜੂ, ਉਹ ਬਾਬਾ ਨਹੀਂ। ਜਿਹੜਾ ਕਹੂਗਾ ਪਾਣੀ ਲੈ ਕੇ ਜਾਓ ਬਾਬਾ। ਮੈਂ ਗੱਲ ਇਸ ਕਰਕੇ ਕਰਦਾ ਪਿਆ ਵੀ ਇਹ ਸ਼ਬਦ ਉਚਾਰਨ ਕਰਨ ਦਾ ਇਹਦਾ ਅਰਥ ਇਹ ਸੀਗਾ, ਭਗਤ ਜੀ ਕਹਿੰਦੇ ਪਏ ਨੇ ਵੀ ਮੇਰੇ ਮਾਲਕਾ ਮੈਂ ਤੇਰੇ ਮੰਗਲ ਦਾ ਅਰਥ ਹੁੰਦਾ ਮੰਗਲ ਕਰਾਂ, ਭਾਵੇਂ ਕਿ ਤੇਰੀ ਮੈਂ ਆਰਤੀ ਕਰਾਂ, ਮੈਂ ਤੇਰੇ ਗੁਣਾਂ ਨੂੰ ਗਾਇਨ ਕਰਾਂ। ਕੀ ਕਹਿੰਦੇ ਪਏ ਨੇ ਭਗਤ ਜੀ? ਕਹਿਣ ਲੱਗੇ ਮੰਗਲਾ ਹਰ ਮੰਗਲਾ, ਇਹ ਹਰੀ ਤੇਰਾ ਮੰਗਲ, ਤੇਰਾ ਮੈਂ ਮੰਗਲ ਕਰਾਂ, ਭਾਵ ਕਿ ਤੇਰੇ ਗੁਣਾਂ ਨੂੰ ਗਾਇਨ ਕਰਾਂ। ਪਰ ਕਰਾਂ ਕਿਵੇਂ? ਨਿਤ ਮੰਗਲ ਰਾਜਾ ਰਾਮ ਰਾਏ ਕੋ, ਨਿਤ ਹਰ ਰੋਜ਼ ਨਿਤਾ ਪ੍ਰਤੀ ਮੇਰਾ ਮੰਗਲ ਤੇਰੇ ਅੱਗੇ ਮੇਰੀ ਇਸ ਤਰ੍ਹਾਂ ਦਾ ਮੰਗਲ ਹੋਵੇ। ਮੈਂ ਉਹ ਮੰਗਲ ਨਾ ਕਰਾਂ ਜਿਹੜੇ ਦੁਨੀਆ ਦੇ ਲੋਕ ਕਰਦੇ ਐ, ਮੈਂ ਉਹ ਆਰਤੀ ਨਾ ਕਰਾਂ ਜਿਹੜੇ ਦੁਨੀਆ ਦੇ ਲੋਕ ਆਰਤੀ ਕਰਦੇ, ਮੇਰੀ ਆਰਤੀ ਵੱਖਰੀ ਹੋਵੇ ਸਾਰਿਆਂ ਦੇ ਨਾਲ। ਹੁਣ ਆਰਤੀ ਵੱਖਰੀ ਕਿਹੜੀ ਹੈ? ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ, ਇੱਥੋਂ ਸ਼ਬਦ ਸ਼ੁਰੂ ਕਰਕੇ ਹੁਣ ਭਗਤ ਜੀ ਆਰਤੀ ਦੱਸਦੇ ਨੇ। ਕਹਿਣ ਲੱਗੇ ਧੂਪ ਦੀਪ ਕ੍ਰਿਤ ਸਾਜ ਆਰਤੀ, ਕਹਿੰਦੇ ਮਾਲਕਾ ਆ ਮੈਂ ਤੇਰੀ ਆਰਤੀ ਕਰਾਂ। ਭਾਵ ਕੀ ਸੀ? ਵੀ ਤੇਰਾ ਨਾਮ ਹੀ ਅਸਲ ਦੇ ਵਿੱਚ ਧੂਪ ਹੈ, ਤੇਰਾ ਨਾਮ ਹੀ ਦੀਵਾ ਹੈ। ਦੀਪ ਦਾ ਦੀਵਾ, ਕ੍ਰਿਤ ਦਾ ਅਰਥ ਹੁੰਦਾ ਘਿਓ, ਤੇਰਾ ਨਾਮ ਹੀ ਮੈਂ ਘਿਓ ਪਾ ਦੇਵਾਂ। ਸਾਜ ਆਰਤੀ, ਇਸੇ ਤਰ੍ਹਾਂ ਮੈਂ ਸਾਜ ਲਵਾਂ ਆਰਤੀ ਤੇ। ਭਾਵ ਕੀ ਹੈ? ਸਾਰਾ ਕੁਝ ਮੈਂ ਤੇਰਾ ਨਾਮ ਹੀ, ਨਾਮ ਤੇਰੋ ਆਰਤੀ ਮਜਨ ਮਰਾਰੇ, ਹਰ ਕੇ ਨਾਮ ਬਿਨਾ ਝੂਠੇ ਸਗਲ ਵਸਵਾਰੇ। ਇਹ ਗੁਰੂ ਸਾਹਿਬ ਨੇ ਬਾਣੀ ਸਾਨੂੰ ਸਮਝਾ ਦਿੱਤਾ ਵੀ ਉਹਦੇ ਨਾਮ ਤੋਂ ਬਿਨਾ ਬਾਕੀ ਸਾਰਾ ਕੁਝ ਝੂਠ ਹੈ। ਹੁਣ ਆਪਾਂ ਕਦੇ ਹੈਰਾਨ ਹੁੰਦੇ, ਕਹਿੰਦੇ ਜੀ ਲੱਗ ਧੂਫ ਕਰਨੀ ਝੂਠ ਹੈ, ਬਿਲਕੁਲ ਝੂਠ ਹੈ। ਜੋਤ ਲਾਉਣੀ ਝੂਠ ਹੈ, ਬਿਲਕੁਲ ਝੂਠ ਹੈ। ਹੁਣ ਕਈਆਂ ਦਾ ਸਵਾਲ ਇਹ ਖੜਾ ਕਰ ਦਿੰਦੇ ਵੀ ਤੁਸੀਂ ਤਾਂ ਆਪੇ ਤੇ ਜੋਤ ਰੱਖੀ ਬੈਠੇ ਹੋ, ਕਿਉਂ ਜੀ? ਕਹੂਗਾ ਨਾ ਵੀ ਜੋਤ ਤਾਂ ਤੁਸੀਂ ਵੀ ਰੱਖੀ ਬੈਠੇ ਹੋ, ਘਿਓ ਤਾਂ ਤੁਸੀਂ ਵੀ ਪਾਉਂਦੇ ਪਏ ਹੋ। ਸਾਨੂੰ ਕਈ ਵਾਰ ਸਵਾਲ ਕਰਦੇ ਹੁੰਦੇ ਆ, ਕਹਿੰਦੇ ਜੀ ਭਾਈ ਸਾਹਿਬ ਜੀ ਤੁਸੀਂ ਕਥਾ ਦੇ ਵਿੱਚ ਕਈ ਵਾਰ ਕਹਿ ਦਿੰਦੇ ਵੀ ਇਹ ਮਨਮਤ ਹੈ, ਵੀ ਇਹ ਮਤਲਬ ਪਖੰਡਬਾਜ਼ੀਆਂ ਨੇ, ਕਹਿੰਦੇ ਫਿਰ ਤੁਸੀਂ ਇੱਥੇ ਕਿਉਂ ਨਹੀਂ ਹਟਾਉਂਦੇ? ਮਾਂ ਭਾਈ ਬਹੁਤ ਕੁਝ ਬੰਦ ਹੋ ਗਿਆ, ਹੌਲੀ ਹੌਲੀ ਇਹ ਵੀ ਹੋ ਜਾਊਗਾ, ਗੁਰੂ ਕਿਰਪਾ ਹੋ ਜਾਊਗਾ ਕਿਰਪਾ। ਜਦੋਂ ਲੋਕਾਂ ਨੂੰ ਸਮਝ ਲੱਗ ਗਈ ਇਹ ਰੱਖੀ ਇਸ ਕਰਕੇ ਹੈ ਵੀ ਜੇ ਨਾ ਰੱਖੀ ਨਾ ਤੇ ਲੋਕਾਂ ਨੇ ਸਾਡੀ ਅਸੀਂ ਤੇ ਅਸੀਂ ਫਿਰਦੇ ਨੇ। ਇਹ ਨਹੀਂ ਪਤਾ ਵੀ ਸਾਡੇ ਮਗਰ ਕੋਈ ਛੋਟੀਆਂ ਲੈ ਕੇ ਪੈ ਜੇ ਟਾਪ। ਜਦੋਂ ਕੋਈ ਬੰਦਾ ਸੱਚ ਦੀ ਗੱਲ ਕਰੂਗਾ ਤੇ ਉਹਦੇ ਮਗਰ ਤਾਂ ਲੋਕ ਪੈਣ, ਗਰੰਟੀ ਹੈ। ਪਰ ਸਾਡਾ ਕੰਮ ਮੈਂ ਇੱਕ ਹੀ ਸਵਾਦ ਜ਼ਰੂਰ ਵਰਤਦਾ ਹੁੰਦਾ ਹੈ ਵੀ ਘਰਾਂ ਦੇ ਵਿੱਚ ਨਾ ਕੁੱਤੇ ਰੱਖੇ ਹੁੰਦੇ, ਘਰਾਂ 'ਚ ਕੁੱਤੇ ਰੱਖੇ ਹੁੰਦੇ ਆਪਣੇ ਜੀ। ਉਹ ਕੁੱਤੇ ਕਾਹਦੇ ਵਾਸਤੇ ਹੁੰਦੇ ਆ? ਉਹ ਸਾਡੇ ਘਰ ਦੀ ਰਾਖੀ ਕਰਦੇ ਆ। ਰਾਤ ਨੂੰ ਅਸੀਂ ਬੇਸੁਰਤ ਹੋ ਕੇ ਸੌ ਜਾਂਦੇ ਹਾਂ। ਹੁਣ ਕੁੱਤੇ ਨੇ ਰਾਖੀ ਕਰਨੀ ਹੈ ਘਰ ਦੀ। ਜਦੋਂ ਘਰੇ ਚੋਰ ਆ ਜਾਏ ਜਾਂ ਕੋਈ ਲਟੇਰਾ ਆ ਜਾਏ, ਕੁੱਤੇ ਦਾ ਕੰਮ ਕੀ ਹੈ? ਭੌਂਕਣਾ। ਭੌਂਕੂਗਾ ਹੀ। ਤਾਂ ਓਪਰਾ ਬੰਦਾ ਆ ਗਿਆ, ਜਦੋਂ ਓਪਰਾ ਬੰਦਾ ਆ ਗਿਆ ਕੁੱਤਾ ਭੌਂਕਣ ਲੱਗ ਗਿਆ। ਮਾਲਕ ਕੀ ਕਹੇ? ਉਹ ਤਾਂ ਐਵੇਂ ਭੌਂਕੀ ਜਾਂਦਾ, ਪਿਆਰ ਹੈ ਤਾਂ ਕੋਈ ਗੱਲ। ਔਰ ਬੇਸੁਰਤ ਹੋ ਕੇ ਫੇਰ ਪੈ ਗਿਆ, ਕੁੱਤਾ ਫੇਰ ਭੌਂਕਣ ਲੱਗ ਗਿਆ, ਉਹ ਫੇਰ ਨਾ ਉੱਠਿਆ। ਤੜਕੇ ਸਵੇਰੇ ਉੱਠ ਕੇ ਵੇਖਦਾ ਵੀ ਸਾਰਾ ਘਰ ਹੀ ਲੁੱਟਿਆ ਗਿਆ। ਫਿਰ ਹੱਥ ਮਾਰਦਾ ਮੱਥੇ ਤੇ, ਕਹਿੰਦਾ ਕਾਸ਼ ਜਿਹਾ ਕੁੱਤੇ ਦੇ ਭੌਂਕੇ ਤੋਂ ਮੈਂ ਉੱਠ ਖੜਦਾ, ਆਪਣੇ ਘਰ ਨੂੰ ਤਾਂ ਬਚਾ ਲੈਂਦਾ। ਕੁੱਤੇ ਭੌਂਕੇ ਤੋਂ ਖੜਦਾ ਮੈਂ ਘਰ ਨੂੰ ਤਾਂ ਬਚਾ ਲੈਂਦਾ। ਮੇਰਾ ਕਹਿਣ ਦਾ ਭਾਵ ਤਾਂ ਸਮਝ ਹੀ ਗਏ ਸਾਰੇ ਤੁਸੀਂ। ਜਿਹੜਾ ਭਾਈ ਕੁੱਤੇ ਦੇ ਭੌਂਕੇ ਤੋਂ ਉੱਠ ਖੜੂਗਾ ਘਰ ਨੂੰ ਬਚਾ ਲਊਗਾ, ਜਿਹੜਾ ਕੋਈ ਨਹੀਂ ਉੱਠਿਆ ਤੇ ਘਰ ਨੂੰ ਲਟਾ ਲਊਗਾ। ਗੱਲ ਤਾਂ ਦੋ ਹੀ ਨੇ। ਅਸੀਂ ਤਾਂ ਬਾਬੇ ਨਾਨਕ ਦੇ ਕੁੱਤੇ ਆ, ਸਾਡਾ ਕੰਮ ਦਾ ਭੌਂਕਣਾ, ਮੈਂ ਤਾਂ ਸਿੱਧਾ ਹੀ ਕਹਿਣਾ। ਅਸੀਂ ਤਾਂ ਕੁੱਤੇ ਆ, ਮੈਂ ਤਾਂ ਸਪਸ਼ਟ ਕਹਿਣਾ ਸਾਡਾ ਕੰਮ। ਕਹਿੰਦੇ ਜੀ ਤੁਸੀਂ ਕੁੱਤਾ ਕਰ ਵੀ ਕੀ ਸਕਦਾ? ਕੁੱਤਾ ਥੋੜੀ ਰੋਕ ਲਓ ਹੁਣ, ਮਤਲਬ ਕਿ ਆਹ ਪਖੰਡਬਾਜ਼ੀ ਹੋ ਰਹੀ ਹੈ ਭਾਈ ਵੀ ਇਹਨੂੰ ਉਹ ਨਹੀਂ ਰੋਕ ਸਕਦਾ। ਉਹ ਤਾਂ ਜਗਾ ਸਕਦਾ, ਕੁੱਤਾ ਤਾਂ ਭੌਂਕ ਸਕਦਾ ਵੀ ਭਾਈ ਮਾਲਕ ਉੱਠ, ਤੂੰ ਰੋਕ। ਦੁਨੀਆ ਦੇ ਲੋਕਾਂ ਨੂੰ ਸਿੱਧਾ ਰਸਤਾ ਵਿਖਾਉਣ ਵਾਸਤੇ ਸਾਡਾ ਕੰਮ ਤਾਂ ਪ੍ਰਚਾਰ ਕਰਨਾ ਹੈ। ਅਸੀਂ ਤਾਂ ਬੋਲਣਾ ਹੈ ਵੀ ਭਾਈ ਆਹ ਕੰਮ ਗਲਤ ਹੋ ਰਿਹਾ। ਜਿਹੜਾ ਕੋਈ ਮੰਨ ਗਿਆ ਠੀਕ ਹੈ, ਜਿਹੜਾ ਕੋਈ ਨਹੀਂ ਮੰਨਦਾ ਫਿਰ ਆਪਾਂ ਹੀ ਕਰ ਸਕਦੇ। ਹੁਣ ਸਾਨੂੰ ਕੋਈ ਵੀ ਤੁਸੀਂ ਹਟਾਓ ਜੀ,
ਅਸੀਂ ਨਹੀਂ ਭਾਈ ਰਟਾ ਸਕਦੇ, ਅਸੀਂ ਤਾਂ ਸੇਧ ਦੇ ਸਕਦੇ। ਮੈਂ ਨਹੀਂ ਕਹਿ ਰਿਹਾ, ਭਗਤ ਜੀ ਕਹਿ ਰਹੇ ਨੇ, ਕਹਿੰਦੇ ਤੇਰਾ ਨਾਮ ਹੀ ਹੈ ਮੇਰੇ ਲਈ ਤਾਂ ਸਾਰਾ ਕੁਝ। ਘਿਓ ਵੀ ਤੇਰਾ ਨਾਮ ਹੈ, ਧੂਪ ਵੀ ਤੇਰਾ ਨਾਮ ਹੈ, ਤੇ ਦੀਪ ਵੀ ਤੇਰਾ ਨਾਮ ਹੈ। ਸਾਜ ਆਰਤੀ ਵਾਰਨੇ ਜਾਓ ਕਮਲਾਪਤੀ, ਹੈ ਮੇਰੇ ਮਾਲਕਾ, ਹੈ ਮੇਰੇ ਪਤੀ, ਤੇਰੇ ਉਤੋਂ ਦੀ ਮੈਂ ਵਾਰਨੇ ਜਾਵਾਂ। ਉਤਮ ਤੇਰਾ ਨਿਰਮਲ ਬਾਤੀ, ਤੂੰ ਹੀ ਨਿਰੰਜਨ ਕਮਲਾਪਤੀ। ਉੱਤਮ ਦੀਆ ਦਾ ਅਰਥ ਹੁੰਦਾ ਦੀਵਾ, ਨਿਰਮਲ ਦਾ ਅਰਥ ਹੁੰਦਾ ਪਵਿੱਤਰ, ਬਾਤੀ ਦਾ ਅਰਥ ਹੁੰਦਾ ਬੱਤੀ। ਹੁਣ ਘਰੇ ਜਾ ਕੇ ਤੇ ਦੀਵੇ ਨਾ ਬਣਾਉਣ ਲੱਗ ਗਈ ਵੀ ਭਗਤ ਸਿੰਘ ਜੀ ਕਹਿੰਦੇ ਸੀ ਵੀ ਦੀਵੇ ਦੇ ਬੜਾ ਪਵਿੱਤਰ ਦੀਵਾ ਹੁੰਦਾ, ਵੀ ਬੱਤੀ ਬੜੀ ਪਵਿੱਤਰ ਹੁੰਦੀ। ਇੱਥੇ ਗੱਲ ਨਾਮ ਦੀ ਹੀ ਹੈ ਵੀ ਇਹ ਮੇਰੇ ਮਾਲਕਾ, ਤੇਰਾ ਨਾਮ ਹੀ ਜਿਹੜਾ ਨਾ ਉਹ ਸਭ ਤੋਂ ਉੱਤਮ ਦੀਵਾ ਹੈ। ਉੱਤਮ ਦੀਆ, ਦੀਆ ਦਾ ਅਰਥ ਕੀ ਹੁੰਦਾ? ਦੀਵਾ। ਤੇਰਾ ਨਾਮ ਹੀ ਸਭ ਤੋਂ ਉੱਤਮ ਦੀਵਾ ਹੈ। ਨਿਰਮਲ ਬਾਤੀ, ਤੇਰਾ ਨਾਮ ਹੀ ਜਿਹੜਾ ਉਹ ਨਿਰਮਲ ਬੱਤੀ ਹੈ। ਭਾਵ ਕੀ ਹੈ ਵੀ ਮੇਰੇ ਮਾਲਕਾ, ਤੇਰਾ ਨਾਮ ਹੀ ਅੱਗੇ ਕਹਿੰਦਾ ਤੂੰ ਹੀ ਨਿਰੰਜਨ ਕਮਲਾਪਤੀ। ਨਿਰੰਜਨ ਦਾ ਅਰਥ ਹੁੰਦਾ ਮਾਇਆ ਦੀ ਕਾਲਖ ਤੋਂ ਰਹਿਤ। ਨਿਰਅੰਜਨ, ਨਿਰ ਦਾ ਅਰਥ ਹੁੰਦਾ ਨਹੀਂ, ਅੰਜਨ ਦਾ ਅਰਥ ਹੁੰਦਾ ਕਾਲਖ। ਭਾਵ ਕੀ ਮਾਇਆ ਦੀ ਕਾਲਖ ਤੋਂ ਰਹਿਤ, ਤੂੰ ਹੀ ਨਿਰੰਜਨ ਕਮਲਾਪਤੀ ਹੈ ਮੇਰੇ ਮਾਲਕਾ, ਤੂੰ ਤਾਂ ਮਾਇਆ ਤਮਾਮ ਕਾਲਖ ਤੋਂ ਰਹਿਤ ਹੈ। ਇਸ ਕਰਕੇ ਤੇਰਾ ਨਾਮ ਹੀ ਜਿਹੜਾ ਉਹ ਉੱਤਮ ਦੀਵਾ ਹੈ, ਤੇ ਤੇਰਾ ਨਾਮ ਹੀ ਨਿਰਮਲ ਵਤੀ ਹੈ। ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਗੁਰੂ ਸਾਹਿਬ ਵੈਸੇ ਆਪਣਾ ਸਮਾਂ ਹੋ ਗਿਆ, ਮਿੰਟ ਥੋੜੇ ਜਿਹੇ ਰਹਿ ਗਏ ਆ, ਮੈਂ ਸੰਖੇਪ ਗੱਲ ਕਰਦੇ ਹਾਂ। ਇੱਥੇ ਸ਼ਬਦ ਵਰਤੇ ਆ ਰਾਮਾ ਭਗਤ ਰਾਮਾਨੰਦ ਜਾਣੈ। ਇੱਥੇ ਜਿਹੜਾ ਰਾਮਾਨੰਦ ਸ਼ਬਦ ਆਇਆ ਨਾ, ਹੁਣ ਕਈ ਵਾਰ ਸੋਚਦੇ ਵੀ ਇਹ ਤਾਂ ਭਗਤ ਦਾ ਨਾਮ ਹੈ, ਪਰ ਇੱਥੇ ਭਗਤ ਦਾ ਨਾਮ ਨਹੀਂ ਹੈ। ਕਿਉਂਕਿ ਜਦੋਂ ਅਸੀਂ ਗੁਰਬਾਣੀ ਵਿਆਕਰਨ ਦੇ ਅਨੁਸਾਰ ਜਿਹੜੀ ਕਿਸੇ ਚੀਜ਼ ਨੂੰ ਮਤਲਬ ਕਿ ਵੇਖਦੇ ਹਾਂ, ਉਦੋਂ ਗੱਲ ਜਿਹੜੀ ਉਹ ਸਪਸ਼ਟ ਹੋ ਜਾਂਦੀ ਹੈ। ਇਹਨੂੰ ਤੁਸੀਂ ਮਤਲਬ ਕਿ ਸ਼ਬਦ ਨੂੰ ਤੋੜ ਲੈਣਾ। ਰਾਮਾ ਨੰਦ, ਰਾਮਾ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ, ਨੰਦ ਕਹਿੰਦੇ ਆ ਖੁਸ਼ੀ ਖੇੜਾ। ਹੁਣ ਭਗਤ ਗੱਲ ਕਾਹਦੀ ਚੱਲ ਰਹੀ ਹੈ? ਆਨੰਦ ਦੀ ਗੱਲ ਕਾਹਦੀ ਚੱਲਦੀ ਹੈ? ਖੁਸ਼ੀ ਦੀ ਗੱਲ ਕਾਹਦੀ ਚੱਲਦੀ ਹੈ? ਖੇੜੇ ਦੀ। ਵੀ ਤੇਰੀ ਆਰਤੀ ਕਰਕੇ ਮੇਰੇ ਮਾਲਕ ਹੈ, ਮੇਰੇ ਮਨ ਨੂੰ ਆਨੰਦ ਮਿਲਦਾ ਹੈ। ਜ਼ਿਕਰ ਤਾਂ ਹੀ ਹੈ ਨਾ। ਇੱਥੇ ਸ਼ਬਦ ਵਰਤਿਆ ਰਾਮਾ ਭਗਤ। ਭਗਤ ਤੱਤੇ ਨੂੰ ਸਿਹਾਰੀ ਹੈ, ਜਿਹਦਾ ਅਰਥ ਕੀ ਹੈ? ਭਗਤੀ। ਕਿਹਦੀ ਭਗਤੀ? ਰਾਮ ਦੀ, ਰਾਮੇ ਦੀ ਨਹੀਂ। ਵੀ ਜਿਹੜਾ ਹੁਣ ਇੱਕ ਭਗਤ ਵੀ ਹੋਇਆ ਨਾ, ਰਾਮਾਨੰਦ ਭਗਤ ਹੋਇਆ ਇੱਕ। ਕਈ ਲੋਕ ਕਹਿੰਦੇ ਵੀ ਰਾਮਾਨੰਦ ਜਿਹੜਾ ਸੀ ਉਹ ਤਾਂ ਵੱਡਾ ਭਗਤ ਹੋਇਆ ਸੀ, ਕਹਿੰਦੇ ਉਹਦੇ ਚੇਲੇ ਬੜੇ ਨੇ ਸਾਰੇ। ਇਹ ਹੁਣ ਵੱਖਰਾ ਬੜਾ ਅੱਗੇ ਲੰਮਾ ਚਲਾ ਜਾਣਾ ਕੰਮ ਹੈ, ਜੇ ਵਿਚਾਰ ਕਰਨ ਲੱਗ ਗਿਆ ਤਾਂ ਸਮਾਂ ਬੜਾ ਸੀਮਿਤ, ਤਕਰੀਬਨ 2 ਮਿੰਟ ਮੇਰੇ ਬਾਕੀ। ਇੱਥੇ ਆਪਾਂ ਬਸ ਇਹ ਸਮਝਣ ਦਾ ਯਤਨ ਕਰਨਾ ਵੀ ਇੱਥੇ ਉਹ ਰਾਮਾਨੰਦ ਦੀ ਗੱਲ ਨਹੀਂ ਆਈ। ਇੱਥੇ ਰਾਮਾ ਜਿਹੜਾ ਸ਼ਬਦ ਵਰਤਿਆ ਗਿਆ ਉਹ ਅਕਾਲ ਪੁਰਖ ਵਾਹਿਗੁਰੂ ਲਈ ਵਰਤਿਆ ਗਿਆ। ਕਿਉਂ? ਇਹਦੇ ਨਾਲ ਸ਼ਬਦ ਵਰਤਿਆ ਭਗਤ। ਕਿਉਂ? ਜੇ ਤਾਂ ਲੱਗਿਆ ਹੁੰਦਾ ਇਹਨੂੰ ਔਂਕੜ, ਇਹ ਗੱਲ ਸਮਝ ਲਿਓ, ਵਿਆਕਰਨ ਦਾ ਪੱਖ ਹੈ। ਜੇ ਇਹਨੂੰ ਔਂਕੜ ਲੱਗਿਆ ਹੁੰਦਾ ਫੇਰ ਤਾਂ ਇਹ ਭਗਤ ਸੀਗਾ। ਹੁਣ ਇਹਨੂੰ ਲੱਗਿਆ ਸਿਹਾਰੀ, ਇਹਦਾ ਅਰਥ ਕੀ ਹੈ? ਭਗਤੀ। ਭਗਤੀ ਕਿਹਦੀ ਕੀਤੀ ਜਾਂਦੀ ਹੈ? ਕਿਸੇ ਇਨਸਾਨ ਦੀ ਜਾਂ ਦੇਹ ਦੀ ਭਗਤੀ ਕੀਤੀ ਜਾਣੀ, ਜਾਂ ਅਕਾਲ ਪੁਰਖ ਦੀ ਕੀਤੀ ਜਾਣੀ? ਨਾਮ ਜਪ ਕੇ ਅਕਾਲ ਪੁਰਖ ਦੀ ਭਗਤੀ ਕਰਨੀ। ਉਹਦੀ ਭਗਤੀ ਕਰਕੇ ਸਾਨੂੰ ਕੀ ਮਿਲੇਗਾ? ਸਾਨੂੰ ਮਿਲੇਗਾ ਫਿਰ ਆਨੰਦ। ਕਿਹਦਾ ਆਨੰਦ? ਰਾਮਾ ਨੰਦ ਜਾਣੈ। ਭਾਵ ਕੀ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੇਰੇ ਨੰਦ ਨੂੰ ਜਾਣ ਲਿਆ ਹੈ। ਨਾਲ ਹੀ ਕਹਿ ਦਿੱਤਾ ਪੂਰਨ ਪਰਮਾਨੰਦ ਬਖਾਨਾ। ਬਖਾਨੇ ਦਾ ਅਰਥ ਹੁੰਦਾ ਬਖਿਆਨ ਕਰਨਾ, ਬੋਲਣਾ, ਕਿ ਉਹ ਪਰਮਾਨੰਦ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਹੈ ਬਖਿਆਨ ਕਰਦੇ ਪਏ ਨੇ। ਮਦਨਾ ਮੂਰਤ ਪਾਤਾਰ ਗੋਬਿੰਦੈ, ਸਾਇਨ ਭਨੈ ਭਜ ਪਰਮਾਨੰਦੈ। ਅਖੀਰ ਤੇ ਜਿਹੜੇ ਆ ਭਗਤ ਸਾਹਿਬ ਜੀ ਨੇ ਬਚਨ ਕੀਤੇ ਨੇ। ਭਗਤ ਸਾਹਿਬ ਜੀ ਕਹਿਣ ਲੱਗੇ ਮਦਨ ਮੂਰਤ ਭੈ ਤਾਰ ਗੋਬਿੰਦੇ। ਇਹ ਸਾਰੇ ਜਿਹੜੇ ਮਤਲਬ ਕਿ ਜੇ ਆਪਾਂ ਵਿਆਕਰਨ ਪੱਖ ਦੇ ਨੇ ਸਾਰੇ ਵਿਸ਼ੇਸ਼ਣ ਨੇ, ਵਿਸ਼ੇਸ਼ਣ ਦਾ ਵਿਸ਼ੇਸ਼ਤਾ ਪ੍ਰਗਟ ਕਰਨੀ ਦੇ ਨਾਮ ਦੇ ਲਈ ਤਾਂ ਵਰਤੇ ਗਏ ਨੇ। ਸ਼ਬਦ ਮਦਨ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਕਿਹਾ। ਤੇਰੀ ਮੂਰਤੀ ਦੇ ਵਿੱਚ ਭੈ ਤਾਰ ਗੋਬਿੰਦੇ, ਇਹ ਮੇਰੇ ਮਾਲਕਾ ਤੂੰ ਤਾਰਨ ਵਾਲਾ ਹੈ। ਸਹਿਬ ਭੈਣ ਭਜ ਪਰਮਾਨੰਦੇ, ਸਹਿਨ ਭਗਤ ਜਿਹੜਾ ਤੇਰਾ ਪਰਮਾਨੰਦ, ਤੇਰੀ ਪਰਮਾਤਮਾ ਰੂਪੀ ਖੁਸ਼ੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਉਦੋਂ ਹੋਈ ਹੈ ਜਦੋਂ ਤੇਰੀ ਮੈਂ ਆਰਤੀ ਕੀਤੀ ਹੈ। ਇਹ ਆਪਾਂ ਸਮਝ ਲਿਆ। ਹੁਣ ਆਰਤੀ ਕਿਵੇਂ ਕਰਨੀ ਹੈ?
ਭਾਵ ਕਿ ਆਰਤੀ ਤੇਰੀ ਕੀਤੀ ਆਨੰਦ ਮੈਨੂੰ ਉਦੋਂ ਮਿਲਿਆ। ਆਰਤੀ ਕਰਨ ਦਾ ਇੱਕੋ ਹੀ ਢੰਗ ਆ, ਬਸ ਨਾਮ ਜਪਣਾ ਸ਼ੁਰੂ ਕਰਦੇ, ਇਹੀ ਉਹਦੀ ਆਰਤੀ। ਅਸੀਂ ਆਰਤੀ ਕੀ ਕਰਾਂਗੇ? ਉਹਦੀ ਆਰਤੀ ਤਾਂ ਪਹਿਲਾਂ ਹੀ ਹੋਈ ਜਾਂਦੀ ਹੈ। ਰੋਜ਼ ਆਪ ਜੀ ਸ਼ਬਦ ਆਰਤੀ ਦੇ ਵਿੱਚ ਪੜ੍ਹਦੇ ਹੋ। ਸੋ ਗੁਰੂ ਕਿਰਪਾ ਕਰੇ ਜੀ, ਸਮੇਂ ਮੁਤਾਬਕ ਸਮਾਪਤੀ ਹੈ। ਆਪ ਸਵ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਤੇ ਸਤਿਕਾਰ ਦੇ ਵਿੱਚ ਆਪ ਜੀ ਬੈਠੇ ਹੋ। ਅੱਜ 84 ਦਾ ਘੱਲੂਘਾਰਾ ਜਿਹੜਾ ਅਸੀਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਣਾ ਕੀਤਾ ਹੈ। ਉਹਨਾਂ ਸ਼ਹੀਦਾਂ ਨੂੰ ਫਿਰ ਉਡਾਨ ਕੋਟ ਜਿਹੜਾ ਸਾਡਾ ਫਰਜ਼ ਪ੍ਰਣਾਮ ਹੈ। ਅਸੀਂ ਉਹਨਾਂ ਦੀ ਯਾਦ ਮਨਾਉਂਦੇ ਪਏ। ਮੈਂ ਬੇਨਤੀ ਜ਼ਰੂਰ ਅਕਸਰ ਫਿਰ ਲਾਸਟ ਤੇ ਬੇਨਤੀ ਜ਼ਰੂਰ ਕਰਾਂਗਾ ਵੀ ਦੇਖਿਓ ਕਿਤੇ ਅੱਜ 6 ਤਰੀਕ ਤੋਂ ਬਾਅਦ ਭੁੱਲ ਨਾ ਜਾਇਓ ਕਿਤੇ ਸ਼ਹੀਦਾਂ। ਆਪਣੀ ਜ਼ਮੀਰ ਨੂੰ ਜਗਾ ਕੇ ਰੱਖੀਏ। ਸਾਡੀ ਜ਼ਮੀਰ ਜਾਗਣੀ ਚਾਹੀਦੀ ਹੈ। ਕਿੰਨਾ ਕਤਲੇਆਮ ਹੋਇਆ। ਉਹ ਸਾਡਾ ਸਰੋਵਰ ਜਿੱਥੇ ਹਰੀ ਦਾ ਮੰਦਰ ਸੀਗਾ, ਉਹ ਪ੍ਰਕਰਮਾਂ ਦੇ ਵਿੱਚ ਕਿੰਨਾ ਲਹੂ ਡੁੱਲਿਆ। ਉਹ ਸਰੋਵਰ, ਜਿਸ ਸਰੋਵਰ 'ਚ ਅਸੀਂ ਇਸ਼ਨਾਨ ਕਰਦੇ ਹਾਂ, ਸੋ ਸਰੋਵਰ ਦਾ ਪਾਣੀ ਦਾ ਰੰਗ ਵੀ ਲਾਲ ਹੋ ਗਿਆ। ਉਹ ਚੀਜ਼ਾਂ ਨੂੰ ਅਸੀਂ ਮਹਿਸੂਸ ਕਰੀਏ, ਉਸ ਦਰਦ ਨੂੰ ਅਸੀਂ ਮਹਿਸੂਸ ਕਰੀਏ। ਇਵੇਂ ਨਹੀਂ ਵੀ ਬਸ ਆ ਗਏ ਮੱਥਾ ਟੇਕਿਆ ਵੀ ਗੁਰੂ ਸਾਹਿਬ ਕੋਈ ਲੈ ਕੇ ਵੀ ਕੋਟ ਕੋਟ ਪ੍ਰਣਾਮ, ਇੱਦਾਂ ਦੇਖਣ ਦਾ ਨਹੀਂ। ਹੁਣ ਕੱਲ੍ਹ ਨੂੰ ਕੋਈ ਬਦਲ ਕਰਕੇ ਖੜੇ ਹੋ ਜਾਣ, ਫਿਰ ਕਹਿਣਗੇ ਜੀ ਮਤਲਬ ਕਿ ਵੀ ਇਹ ਚੋਣ ਨਿਸ਼ਾਨ ਫਲਾਣਾ। ਕੱਲ੍ਹ ਨੂੰ ਕੋਈ ਹੋਰ ਪਾਰਟੀ ਦਾ ਖੜਾ ਹੋ ਜਾਊ, ਫਿਰ ਉਹਦੇ ਦੇ ਕੇ ਪਾਏ ਜਾਵਾਂਗੇ। ਇਹਨਾਂ ਗਦਾਰਾਂ ਤੋਂ ਬਚੋ। ਇਹ ਕੌਮ ਦੇ ਸੱਚੇ ਗਰਦਾਰ ਨੇ, ਸੱਚੇ ਕਹਿ ਕੇ ਭਾਵ ਕਿ ਪੱਕੇ ਗਰਦਾਰ ਨੇ। ਇਹ ਸਭ ਨੇ ਯਤਨ ਕਰੋ, ਇਹਨਾਂ ਗਦਾਰਾਂ ਤੋਂ ਅਸੀਂ ਬਚਣਾ। ਬਸ ਜਿਹੜੇ ਕੌਮ ਦੇ ਨਾਲ ਗਦਾਰੀ ਕਰਦੇ ਉਹ ਤੋਂ ਬਚ ਕੇ ਸੱਚੇ ਪਾਤਸ਼ਾਹ ਜੀ ਨਾਲ ਜੁੜਨਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅਸੀਂ ਜੁੜੀਏ। ਬਾਣੀ ਜਪਿਆ ਕਰੋ, ਤੁਹਾਡੀ ਜ਼ਮੀਰ ਜਾਗਦੀ ਰਹੇਗੀ। ਜ਼ਮੀਰ ਉਹਦੀ ਮਰਦੀ ਹੈ ਜਿਹੜਾ ਬਾਣੀ ਤੋਂ ਟੁੱਟਿਆ ਹੋਇਆ। ਗੱਲ ਯਾਦ ਰੱਖ ਲਓ ਬਸ। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਕਿਹਾ ਜਾਂਦਾ ਨਾ ਵੀ 101 ਪਾਠ ਕਰ ਜਾਂਦੇ ਸੀ, ਤੁਰੇ ਤੁਰੇ ਜਾਂਦੇ, ਨਾਮ ਜਪਦੇ ਸੀ। ਜੇ ਜਪਦੇ ਸੀ ਤਾਂ ਜ਼ਮੀਰ ਜਾਗਦੀ ਸੀ। ਪਰ ਉਹ ਹਰਚੰਦ ਸਿੰਘ ਲੌਂਗੋਵਾਲ ਵਰਗਿਆਂ ਨੂੰ ਨਹੀਂ ਪਿੱਠ ਵਿਖਾ ਕੇ ਹੱਥ ਖੜੇ ਕਰਕੇ ਆਏ ਸੀ। ਟੋਡੇ ਵਰਗਿਆਂ ਨੂੰ ਜਿਹੜੇ ਨਾਮ ਜਪਦੇ ਸੀ, ਜ਼ਮੀਰ ਉਹਨਾਂ ਦੀ ਜਾਗਦੀ ਹੈ। ਜਿਹੜੇ ਨਾਮ ਨਹੀਂ ਨਾ ਜਪਦੇ, ਬਾਣੀ ਨਹੀਂ ਪੜ੍ਹਦੇ, ਉਹਨਾਂ ਦੀ ਜ਼ਮੀਰ ਮਰ ਜਾਂਦੀ ਹੈ। ਇਹ ਗੱਲ ਯਾਦ ਰੱਖ ਲਿਓ ਬਸ। ਜੇ ਚਾਹੁੰਦੇ ਹੋ ਕਿ ਸਾਡੀ ਜ਼ਮੀਰ ਜਾਗ ਪਵੇ, ਬਾਣੀ ਪੜ੍ਹਿਆ ਕਰੋ, ਸਿਮਰਨ ਕਰਿਆ ਕਰੋ। ਨਹੀਂ ਤਾਂ ਸਾਡੀ ਜ਼ਮੀਰ ਤਾਂ ਮਰੀ ਪਈ ਹੈ, ਕਹਿਣ ਦੀ ਤਾਂ ਲੋੜ ਹੀ ਨਹੀਂ। ਇਹਨਾਂ ਸ਼ਬਦਾਂ ਨਾਲ ਫਤਿਹ ਦੀ ਸਾਂਝ ਹੈ ਜੀ। ਆਪ ਸਰਵ ਸੰਗਤਾਂ ਦਾ ਧੰਨਵਾਦ ਹੈ। ਵਿਚਾਰ ਕਰਨ ਤੋਂ ਹੋਈਆਂ ਭੁੱਲਾਂ ਦੀ ਖਿਮਾ ਆਪ ਸਰਵ ਸੰਗਤ ਬਖਸ਼ਣ ਯੋਗ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਬਖਸ਼ਣ ਹਾਰ ਬਖਸ਼ਣਾ ਜੀ। ਬੁਲਾ ਪ੍ਰਤੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।